ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਬਹੁਤ ਹੜਤਾਲਾਂ ਹੁੰਦੀਆਂ ਨੇ, ਅਸੀਂ ਜਾਣਦੇ ਹਾਂ। ਥਾਂ ਥਾਂ ਦੇ ਉੱਤੇ ਧਰਨੇ, ਥਾਂ ਥਾਂ ਦੇ ਉੱਤੇ ਪ੍ਰਦਰਸ਼ਨ, ਨਾਅਰੇਬਾਜ਼ੀ, ਬੈਨਰਸ ਲੈ ਕੇ ਲੋਕ ਸੜਕਾਂ ਦੇ ਉੱਤੇ ਨਿਕਲੇ ਹੋਏ ਨੇ। ਸੜਕਾਂ ਜਾਮ, ਚੱਕਾ ਜਾਮ, ਰੇਲਵੇ ਚੱਕਾ ਜਾਮ, ਬੱਸਾਂ ਦਾ ਚੱਕਾ ਜਾਮ, ਸਾਰੀਆਂ ਸੜਕਾਂ ਜਾਮ, ਨਾਅਰੇਬਾਜ਼ੀ। ਸੋ ਟ੍ਰੈਫਿਕ ਸਾਰਾ ਰੁਕਿਆ ਹੋਇਆ, ਪਬਲਿਕ ਬੇਹਾਲ, ਕਿੱਧਰੋਂ ਜਾਈਏ ਆਪਣੇ ਘਰ, ਕਿੱਧਰੋਂ ਕੰਮ ਤੇ ਜਾਈਏ। ਦੂਸਰੀ ਪਾਸੇ ਜਾਓ ਜੀ, ਪੁਲਿਸ ਵੀ ਉੱਥੇ ਖੜੀ ਹੈ। ਸਾਰੀਆਂ ਰੋਡਸ ਬਦਲ ਦਿਓ, ਉਸ ਦੂਸਰੀ ਰੋਡ ਤੋਂ ਟ੍ਰੈਫਿਕ ਸਾਰਾ ਬਦਲ ਦਿਓ, ਉਧਰੋਂ ਦੀ ਜਾਓ ਜੀ, ਭੀੜ ਭੜੱਕਾ, ਟ੍ਰੈਫਿਕ ਫਸੇ ਹੋਏ ਨੇ। ਪੀ ਪਾਂ 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 ਸੜਕਾਂ ਦੇ ਉੱਤੇ ਹੌਰਨਸ ਦੇ ਸ਼ੋਰ ਪਏ ਹੋਏ ਨੇ। ਸੋ ਇਹ ਸਭ ਚੱਲਦਾ ਪਿਆ। ਇਹ ਜੀ ਹੈ ਧਰਨਾ, ਇਹ ਜੀ ਹੈ ਬੰਦ ਦੀ ਕਾਲ ਹੈ। ਸੋ ਇੱਕ ਸਾਡਾ ਪੰਜਾਬੀ ਭਰਾ ਗਿਆ ਆਪਣੇ ਦੋਸਤ ਕੋਲ ਜਾਪਾਨ, ਤੇ ਉੱਥੇ ਜਾ ਕੇ ਜਦੋਂ ਠਹਿਰਿਆ ਤੇ ਉਹਨੂੰ ਪਤਾ ਲੱਗਾ, ਦੋਸਤ ਨੇ ਦੱਸਿਆ ਕਿ ਨਾਲ ਦੀ ਇੱਕ ਫੈਕਟਰੀ ਹੈ, ਉੱਥੇ ਵੀ ਹੜਤਾਲ ਚੱਲਦੀ ਪਈ ਹੈ, ਸਟ੍ਰਾਈਕ। ਕਹਿੰਦਾ ਜਿਵੇਂ ਸਾਡੇ ਭਾਰਤ 'ਚ ਹੁੰਦੀ ਆ। ਕਹਿੰਦੇ ਬਿਲਕੁਲ। ਕਹਿੰਦੇ ਅੱਛਾ, ਫਿਰ ਅਸੀਂ ਦੇਖਣਾ ਚਾਹੁੰਦੇ ਹਾਂ ਜਾਪਾਨ ਦੇ ਵਿੱਚ ਸਟ੍ਰਾਈਕ ਕਿੱਦਾਂ ਦੀ ਹੁੰਦੀ ਹੈ। ਆਪਣੇ ਦੋਸਤ ਨਾਲ ਚਲਾ ਗਿਆ ਜੀ ਸਵੇਰੇ ਸਟ੍ਰਾਈਕ ਦੇਖਣ ਵਾਸਤੇ। ਸੋ ਜਦੋਂ ਉੱਥੇ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਫੈਕਟਰੀਆਂ ਵਿੱਚੋਂ ਧੂੰਆਂ ਨਿਕਲਦਾ ਪਿਆ, ਸਾਰਾ ਸਟਾਫ ਉੱਥੇ ਹਾਜ਼ਰ, ਸਾਰੀ ਗੱਲਬਾਤ ਉਵੇਂ ਚੱਲਦੀ ਪਈ ਹੈ ਜਿਵੇਂ ਫੈਕਟਰੀ ਰੈਗੂਲਰ ਚੱਲਦੀ ਆ, ਨਾਰਮਲ ਚੱਲਦੀ ਆ। ਸੋ ਉੱਥੇ ਜਾ ਕੇ ਜਦੋਂ ਪਤਾ ਲੱਗਾ ਕਿ ਸਾਰਾ ਸਟਾਫ ਵੀ ਮੌਜੂਦ ਆ, ਸਾਰੇ ਮੌਜੂਦ ਨੇ, ਕਹਿੰਦਾ ਫਿਰ ਸਟ੍ਰਾਈਕ ਕਾਹਦੀ ਆ। ਸਾਰੇ ਜਾਣੇ ਕੰਮ ਵੀ ਲੱਗੇ ਹੋਏ ਨੇ, ਫੈਕਟਰੀਆਂ ਦੇ ਵਿੱਚ ਸਮਾਨ ਵੀ ਬਣਦਾ ਪਿਆ, ਬੂਟਾਂ ਦੀ ਫੈਕਟਰੀ ਹੈ, ਸਾਰੇ ਬੂਟ ਵੀ ਬਣਦੇ ਪਏ ਨੇ। ਕਹਿੰਦਾ ਬਸ ਇਹ ਸਟ੍ਰਾਈਕ ਆ। ਕਹਿੰਦੇ ਹਾਂਜੀ। ਕਹਿੰਦੇ ਫਿਰ ਸਟ੍ਰਾਈਕ ਕਾਹਦੀ, ਸਭ ਕੁਝ ਤੇ ਉਵੇਂ ਹੁੰਦਾ ਪਿਆ ਜਿਵੇਂ ਨਾਰਮਲ ਦਿਨਾਂ ਦੇ ਵਿੱਚ ਹੁੰਦਾ। ਕਹਿੰਦਾ ਸਾਰਿਆਂ ਨੇ ਕਾਲੇ ਬਿੱਲੇ ਬੰਨੇ ਹੋਏ ਨੇ। ਕਹਿੰਦਾ ਫਿਰ ਕਾਲੇ ਬਿੱਲੇ ਬੰਨਣ ਨਾਲ ਸਟ੍ਰਾਈਕ ਹੋ ਗਈ। ਕਹਿੰਦੇ ਅੱਗੇ ਵੀ ਜਾਣੋ। ਇਹ ਜਿਹੜੇ ਬੂਟ ਬਣਾਉਂਦੇ ਪਏ ਨੇ, ਇਹ ਸਿਰਫ ਖੱਬੇ ਪੈਰ ਦਾ ਬੂਟ ਬਣਾਉਂਦੇ ਪਏ ਨੇ, ਸੱਜੇ ਪੈਰ ਦਾ ਬੂਟ ਬਣਾਉਂਦੇ ਹੀ ਨਹੀਂ ਪਏ। ਪ੍ਰੋਡਕਸ਼ਨ ਓਨੀ ਹੁੰਦੀ ਪਈ ਆ। ਕਹਿੰਦੇ ਫਿਰ ਇਹਨਾਂ ਨਾਲ ਕੀ ਫਾਇਦਾ। ਕਹਿੰਦੇ ਇਹਨਾਂ ਨਾਲ ਫਾਇਦਾ ਇਹ ਹੋਏਗਾ ਕਿ ਜਿਹੜਾ ਫੈਕਟਰੀ ਦਾ ਮਾਲਕ ਹੈ, ਜਿਹੜਾ ਕੈਪਟਨ ਹੈ ਇੱਥੋਂ ਦੇ ਸ਼ਿਪ ਦਾ, ਯਾਨੀ ਕਿ ਫੈਕਟਰੀ ਦਾ ਮਾਲਕ ਹੈ, ਜਿਹੜਾ ਓਨਰ ਹੈ, ਉਦੋਂ ਤੱਕ ਮਾਲ ਸਪਲਾਈ ਨਹੀਂ ਕਰ ਸਕਦਾ ਮਾਰਕੀਟ ਦੇ ਵਿੱਚ, ਜਦੋਂ ਤੱਕ ਦੋਨੋਂ ਜੋੜੀਆਂ ਨਾ ਬਣ ਜਾਣ, ਪੂਰਾ ਬੂਟ ਦਾ ਜੋੜਾ ਨਾ ਬਣ ਜਾਏ। ਇਸ ਕਰਕੇ ਇਹ ਸਿਰਫ ਖੱਬਾ ਪੈਰ ਬਣਾਉਂਦੇ ਪਏ ਨੇ, ਸੱਜਾ ਪੈਰ ਬਣਾਉਂਦੇ ਹੀ ਨਹੀਂ ਪਏ। ਜਦੋਂ ਫੈਕਟਰੀ ਦਾ ਮਾਲਕ ਇਹਨਾਂ ਦੀ ਗੱਲ ਮੰਨ ਲੂਗਾ, ਉਸ ਤੋਂ ਬਾਅਦ ਇਹ ਸੱਜਾ ਪੈਰ ਬਣਾਉਣਾ ਸ਼ੁਰੂ ਕਰਨਗੇ। ਫਿਰ ਜਾ ਕੇ ਸਪਲਾਈ ਉੱਦਾਂ ਹੀ ਹੋਏਗੀ ਜਿਵੇਂ ਮਾਰਕੀਟ 'ਚ ਹੁੰਦੀ ਹੈ, ਪਰ ਪ੍ਰੋਡਕਸ਼ਨ ਦੀ ਰਫ਼ਤਾਰ ਓਨੀ ਹੋ ਰਹੇਗੀ ਜਿੰਨੀ ਰਫ਼ਤਾਰ ਨਾਲ ਇਹ ਖੱਬੇ ਪੈਰ ਦਾ ਜੋੜਾ ਬਣਾਉਂਦੇ ਪਏ ਨੇ, ਓਨੀ ਰਫ਼ਤਾਰ ਨਾਲ ਇਹ ਸੱਜੇ ਪੈਰ ਦਾ ਜੋੜਾ ਬਣਾਉਣਗੇ। ਤਾਂ ਇਸ ਤਰ੍ਹਾਂ ਜਾ ਕੇ ਸਟ੍ਰਾਈਕ ਖਤਮ ਹੋਏਗੀ ਜਦੋਂ ਇਹ ਸਾਰੀਆਂ ਗੱਲਾਂ ਮੰਨ ਲਈਆਂ ਜਾਣਗੀਆਂ, ਕਿਉਂਕਿ ਪ੍ਰੋਡਕਸ਼ਨ ਓਨੀ ਹੋਣੀ ਚਾਹੀਦੀ ਹੈ ਜਿੰਨੀ ਰੈਗੂਲਰ ਹੁੰਦੀ ਹੈ, ਤਾਂ ਕਿ ਦੇਸ਼ ਨੂੰ ਕੋਈ ਨੁਕਸਾਨ ਨਾ ਹੋਵੇ, ਇਕਨੋਮੀ ਨੂੰ ਕੋਈ ਨੁਕਸਾਨ ਨਾ ਹੋਵੇ। ਸੋ ਇਸ ਤਰ੍ਹਾਂ ਦੀ ਇੰਟੈਲੀਜੈਂਟ ਸੋਚ ਦੇ ਨਾਲ ਸਟ੍ਰਾਈਕ ਕੀਤੀ ਹੋਈ ਜਾਪਾਨ ਦੇ ਵਿੱਚ ਲੋਕਾਂ ਨੇ। ਦੇਸ਼ ਨੂੰ, ਸੋਸਾਇਟੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਫੈਕਟਰੀ ਓਨਰ ਨੂੰ ਵੀ ਕੋਈ ਨੁਕਸਾਨ ਨਹੀਂ ਹੋਏਗਾ, ਕਿਉਂਕਿ ਲੇਟਰ ਔਰ ਸੂਨਰ ਉਹ ਆਪਣਾ ਪ੍ਰੋਫਿਟ ਪੂਰਾ ਕਰ ਲਏਗਾ। ਸੋ ਇਸ ਤਰ੍ਹਾਂ ਜਦੋਂ ਸਪਲਾਈ ਕ੍ਰੀਏਟ ਕੀਤੀ ਜਾਏਗੀ। ਸੋ ਇਹ ਇੱਕ ਤਰੀਕਾ ਸਟ੍ਰਾਈਕ ਕਰਨ ਦਾ। ਕਹਿੰਦਾ ਪਰ ਸਾਡੇ ਹਿੰਦੁਸਤਾਨ ਦੇ ਵਿੱਚ ਤਾਂ ਬਿਲਕੁਲ ਹੀ ਉਲਟਾ ਹੁੰਦਾ ਹੈ। ਕਹਿੰਦੇ ਹੁਣ ਜੀ ਦੇਖੋ, ਇਸ ਉਲਟੀ ਚੀਜ਼ ਨੂੰ ਸਿੱਧਾ ਕਿਵੇਂ ਕਰਨਾ, ਇਹ ਤਾਂ ਪਬਲਿਕ ਦੇ ਹੱਥ ਹੈ, ਤੇ ਪਬਲਿਕ ਕਿਵੇਂ ਕਰੇ ਕਿਵੇਂ ਨਾ ਕਰੇ, ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਪਵਨਦੀਪ ਸ਼ਰਮਾ, ਸਾਡੇ ਪੋਲੀਟੀਕਲ ਐਨਾਲਿਸਟ, ਸੋਸਾਇਟੀ ਬਾਰੇ ਵੀ ਕਾਫੀ ਜਾਣਕਾਰੀ ਰੱਖਦੇ ਨੇ। ਚਲੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਵਨ ਜੀ, ਵੈਲਕਮ ਟੂ ਦ ਸ਼ੋ। ਧੰਨਵਾਦ ਸੰਜੀਵ ਜੀ, ਔਰ ਪੰਜਾਬ ਮੇਲ USA TV ਦੇਖ ਰਹੇ ਨੈਸ਼ਨਲ ਇੰਟਰਨੈਸ਼ਨਲ ਵਿਊਜ਼ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਮੈਂ ਸਟ੍ਰਾਈਕ ਦਾ ਹਾਲ ਸੁਣਾਇਆ, ਜਾਪਾਨ ਦੇ ਨਾਲ ਭਾਰਤ ਦਾ ਇੱਕ ਕੰਪੈਰੀਜ਼ਨ ਕਰਕੇ ਦੇਖਿਆ। ਸੋ ਕੀ ਹਾਲ ਚਾਲ ਹੈ ਸਾਡੀਆਂ ਸਟ੍ਰਾਈਕਾਂ ਦਾ, ਕਿਉਂਕਿ ਅੱਜ ਕੱਲ੍ਹ ਵੀ ਪੰਜਾਬ ਦੇ ਵਿੱਚ ਬੜੇ ਧਰਨੇ ਚੱਲਦੇ ਪਏ ਨੇ, ਪ੍ਰਦਰਸ਼ਨ ਹੋ ਰਹੇ ਨੇ। ਦੇਖੋ ਸੰਜੀਵ ਜੀ, ਜਿਹੜੀ ਸਟ੍ਰਾਈਕ ਦਾ ਤੁਸੀਂ ਇਸ ਵੇਲੇ ਵਿਖਾਣ ਕੀਤਾ ਹੈਗਾ, ਉਹ ਬੜੀ ਇੱਕ ਰੈਲੇਵੈਂਟ, ਬੜੀ ਆਈਡੀਅਲ, ਬੜੀ ਇੱਕ ਤੌਰ ਤਰੀਕੇ ਨਾਲ ਮੰਨੀ ਜਾਣ ਵਾਲੀ ਇੱਕ ਸਟ੍ਰਾਈਕ ਸੀਗੀ। ਪਰ ਇਹਦੇ ਬਰਾਇਸ ਉਲਟ ਸਾਡੇ ਦੇਸ਼ ਦੇ ਵਿੱਚ ਇਦਾਂ ਦੇ ਧਰਨੇ ਪ੍ਰਦਰਸ਼ਨ, ਇਦਾਂ ਦੀਆਂ ਸਟ੍ਰਾਈਕਸ ਹੁੰਦੀਆਂ ਜਿਹਦੇ ਨਾਲ ਆਮ ਆਵਾਮ ਦਾ ਬੜਾ ਵੱਡਾ ਨੁਕਸਾਨ ਹੁੰਦਾ, ਗਵਰਨਮੈਂਟ ਦਾ ਬੜਾ ਵੱਡਾ ਨੁਕਸਾਨ ਹੁੰਦਾ, ਪਬਲਿਕ ਐਕਸਚੇਕਰ ਦਾ ਬੜਾ ਵੱਡਾ ਨੁਕਸਾਨ ਹੁੰਦਾ। ਔਰ ਜਿਸ ਤਰ੍ਹਾਂ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ, ਜੇ 6-7 ਮਹੀਨੇ ਸਰਕਾਰ ਬਣੀ ਨੂੰ ਹੋਏ ਆਮ ਆਦਮੀ ਪਾਰਟੀ ਦੀ, ਤੇ ਲੰਮੇ ਸਮੇਂ ਤੋਂ ਬਹੁਤ ਸਾਰੇ ਲੋਕ, ਬਹੁਤ ਸਾਰੇ ਡਿਪਾਰਟਮੈਂਟਸ, ਬਹੁਤ ਸਾਰੇ ਵਪਾਰੀ ਲੋਕ ਵੱਖ-ਵੱਖ ਸਮੇਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਆ, ਸਟ੍ਰਾਈਕਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ। ਔਰ ਇਸੇ ਦੌਰਾਨ ਹੀ ਇਸ ਵੀਕ ਦੀ ਅਸੀਂ ਜੇ ਗੱਲ ਕਰਦੇ ਹਾਂ ਤੇ ਟਰਾਂਸਪੋਰਟ ਵਿਭਾਗ ਦੇ ਸਰਕਾਰੀ ਕਰਮਚਾਰੀਆਂ ਨੇ, ਕਰਮੀਆਂ ਨੇ ਵੀ ਇਸ ਵੇਲੇ ਹੜਤਾਲ ਕੀਤੀ। ਕਿਤੇ ਕੋਈ ਉਹਨਾਂ ਦੇ ਵਿੱਚ ਆਪਸੀ ਉਲਝਣ ਹੋ ਗਈ ਕਿ ਕਿਸੇ ਇੱਕ ਟਿਕਟ ਚੈਕਰ ਦਾ ਗਲਤ ਤਰੀਕੇ ਦੇ ਨਾਲ ਰਿਪੋਰਟ ਬਣਾਈ ਗਈ, ਉਹਦੇ ਉੱਤੇ ਆਰੋਪ ਲੱਗੇ ਕਿ ਉਸਨੇ ਜਿਹੜੇ ਆ ਟਿਕਟਾਂ ਨਹੀਂ ਵੰਡੀਆਂ ਔਰ ਪੈਸੇ ਜੇਬ ਦੇ ਵਿੱਚ ਪਾ ਲਏ, ਔਰ ਉਹਦੀ ਚੈਕਿੰਗ ਵੇਲੇ ਉਹਦੇ ਉੱਤੇ ਕਾਰਵਾਈ ਜਿਹੜੀ ਹੈ ਸਰਅੰਜਾਮ ਕੀਤੀ ਗਈ।
ਉਸੇ ਤਹਿਤ ਹੀ ਫਿਰ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਤੋਂ ਲੈ ਕੇ ਹੋਰ ਜਿਹੜੇ ਬੱਸਿਸ ਹੈਗੀਆਂ ਉਹਨਾਂ ਨੇ ਮੁਲਾਜ਼ਮਾਂ ਨੇ ਸਟ੍ਰਾਈਕ ਕੀਤੀ, ਧਰਨੇ ਪ੍ਰਦਰਸ਼ਨ ਕਰ ਦਿੱਤੇ ਰੋਡਸ ਦੇ ਉੱਤੇ, ਬੱਸ ਸਟੈਂਡ ਦੇ ਉੱਤੇ। ਫਿਰ ਤੁਸੀਂ ਦੇਖੋ ਜਿਹੜੇ ਮੁਸਾਫਿਰ ਹੁੰਦੇ ਆ ਜਿਨ੍ਹਾਂ ਨੇ ਸਫ਼ਰ ਕਰਨਾ ਹੁੰਦਾ, ਮੂਵ ਕਰਨਾ ਹੁੰਦਾ ਇੱਕ ਜ਼ਿਲ੍ਹੇ ਤੋਂ ਦੂਸਰੇ ਸ਼ਹਿਰ ਦੇ ਅੰਦਰ, ਉਹਨਾਂ ਸਾਰੇ ਲੋਕਾਂ ਨੂੰ ਬੜੀ ਦਿੱਕਤ ਆਈ। ਆਮ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਇਹਦੇ ਉੱਤੇ ਕਰਨਾ ਪਿਆ ਔਰ ਰਿਜ਼ਲਟ ਫਿਰ ਕੀ ਨਿਕਲਿਆ ਕਿ ਸਾਰੀਆਂ ਮੰਗਾਂ ਜਿਹੜੀਆਂ ਇਹਨਾਂ ਲੋਕਾਂ ਨੇ ਰੱਖੀਆਂ ਸੀ ਕਿ ਬਿਨਾਂ ਜਾਂਚ ਤੋਂ ਹੀ ਉਸ ਜਿਹੜਾ ਸੋ ਕਾਲਡ ਪਹਿਲਾਂ ਦੋਸ਼ੀ ਕਿਹਾ ਗਿਆ ਸੀ ਵਿਅਕਤੀ ਉਹਨੂੰ ਜਿਹੜਾ ਉਹ ਬਿਨਾਂ ਜਾਂਚ ਤੋਂ ਹੀ ਛੱਡਿਆ ਜਾਵੇ ਔਰ ਉਹਨੂੰ ਫਿਰ ਬਹਾਲ ਕੀਤਾ ਜਾਵੇ ਔਰ ਸਾਰੀਆਂ ਮੰਗਾਂ ਹੋਰ ਵੀ ਜਿਹੜੀਆਂ ਹੈਗੀਆਂ ਉਹ ਮੰਨ ਲਈਆਂ ਜਾਣ। ਜੀ। ਤੇ ਆਮ ਆਦਮੀ ਪਾਰਟੀ ਦੇ ਇਸ ਖੱਜਲ ਖੁਆਰੀ ਤੋਂ ਬਾਅਦ ਫਿਰ ਇਹ ਗੱਲ ਮੰਨ ਲਈ ਹੈ ਔਰ ਸੋਚਣ ਵਾਲੀ ਗੱਲ ਇਹ ਵੀ ਹੈਗੀ ਹੈ ਕਿ ਬਹੁਤ ਸਾਰੇ ਹਰ ਫੀਲਡ ਦੇ ਵਿੱਚ ਆਂਗਣਵਾੜੀ ਜਿਹੜੇ ਵਰਕਰਸ ਹੈਗੀਆਂ ਜਿਨ੍ਹਾਂ ਨੂੰ ਇਹ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਸੀ ਅਸੀਂ ਦੁੱਗਣੇ ਪੈਸੇ ਦੇਵਾਂਗੇ, ਅਸੀਂ ਇਹਨਾਂ ਨੂੰ ਐਮਪਾਵਰ ਕਰਾਂਗੇ, ਅਸੀਂ ਇਹਨਾਂ ਦੀਆਂ ਪੋਸਟਾਂ ਵਧਾਵਾਂਗੇ, ਇਹਨਾਂ ਲੋਕਾਂ ਨੂੰ ਪੱਕੇ ਕਰਾਂਗੇ, ਹੋਰ ਵੀ ਜਿਹੜੀਆਂ ਮੰਗਾਂ ਹੁੰਦੀਆਂ ਉਹ ਸਾਰੀਆਂ ਇਹਨਾਂ ਨੂੰ ਖੁਆਬ ਸੁਪਨੇ ਦਿਖਾ ਦਿੱਤੇ। ਪਰ ਅੱਜ ਸਰਕਾਰ ਬਣੇ ਇੰਨੇ ਮਹੀਨੇ ਹੋ ਗਏ, ਉਹਨਾਂ ਦੀ ਕੋਈ ਸੁਣਵਾਈ ਨਹੀਂ, ਉਹਨਾਂ ਨੂੰ ਕੋਈ ਏਦਾਂ ਦੀ ਜੋ ਆਸ਼ਵਾਸਨ ਪਹਿਲਾਂ ਦਿੱਤੇ ਗਏ ਹੁਣ ਕਿਤੇ ਵੀ ਪੂਰੇ ਨਹੀਂ ਕੀਤੇ। ਉਹ ਵੀ ਭਗਵੰਤ ਸਿੰਘ ਮਾਨ ਹੋਣਾ ਦੇ ਘਰ ਜਾ ਕੇ ਵੱਡੀ ਤਾਦਾਦ ਦੇ ਵਿੱਚ ਜਾ ਕੇ ਬੈਠ ਗਏ ਆ, ਧਰਨਾ ਪ੍ਰਦਰਸ਼ਨ ਕਰ ਰਹੇ ਆ, ਸਟ੍ਰਾਈਕ ਕਰ ਰਹੇ ਆ। ਪੁਲਿਸ ਦੇ ਨਾਲ ਉਲਝਣ ਹੋ ਰਹੀ ਹੈ, ਕੁੱਟਮਾਰ ਹੁੰਦੀ ਹੈ, ਫਿਰ ਇੱਕ ਦੂਜੇ ਦੇ ਨਾਲ ਉਲਝਦੇ ਨੇ, ਮੀਡੀਆ ਦੀਆਂ ਖਬਰਾਂ ਬਣਦੀਆਂ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ, ਸਾਰੀਆਂ ਗੱਲਾਂ। ਇਹ ਸਾਰੇ ਹਾਲਾਤ ਜਿਹੜੇ ਆ ਇਸ ਵੇਲੇ ਪੰਜਾਬ ਦੇ ਵਿੱਚ ਨਾਕਾਬਿਲੇ ਤਾਰੀਫ਼ ਹੈਗੇ ਆ, ਇਹਨਾਂ ਨੂੰ ਐਕਸੈਪਟੇਬਲ ਨਹੀਂ ਹੈਗੇ। ਜਿਹੜੇ ਕਰਮਚਾਰੀ ਹੈਗੇ ਆ ਕਿਤੇ ਉਹ ਕੰਮ ਕਰਨ ਤੋਂ ਭੱਜਦੇ ਆ, ਜੇ ਕੋਈ ਕੰਮ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਰਾਈਟ ਜੋਬ ਫॉर ਰਾਈਟ ਮੈਨ ਨਹੀਂ ਮਿਲਦੀ, ਰਾਈਟ ਪਲੇਸ ਨਹੀਂ ਮਿਲਦੀ, ਅੰਡਰ ਮਿਲਦੀ ਆ। ਜੇ ਕੋਈ ਮਿਹਨਤੀ ਮਿਹਨਤਕਸ਼ EMPLOYEE ਹੈਗਾ ਉਹ ਆਪਣੀ ਜ਼ਿੰਦਗੀ ਬਤੀਤ ਕਰਨ ਵਾਸਤੇ ਉਹਨੇ ਉਸ ਲੈਵਲ ਦਾ ਸਰਮਾਇਆ ਇਕੱਠਾ ਨਹੀਂ ਕਰ ਸਕਦਾ ਨੌਕਰੀ ਦੇ ਵਿੱਚ। ਜੇ ਕੋਈ ਕਰਦਾ ਡਿਜ਼ਰਵ ਕਰਦਾ ਜੋਬ ਨੂੰ, ਉਹ ਸਟ੍ਰਾਈਕਸ ਦੇ ਉੱਤੇ ਆ ਕੇ ਬੈਠੇ ਆ, ਪੜ੍ਹਿਆ ਲਿਖਿਆ ਯੂਥ ਬੈਠਾ, ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਹੋਣ, ਟਰਾਂਸਪੋਰਟ ਡਿਪਾਰਟਮੈਂਟ ਦੇ ਹੋਣ, ਪਿੰਡਾਂ ਦੇ ਲੋਕ ਕਿਤੇ ਹੜਤਾਲਾਂ ਤੇ ਬਹਿ ਜਾਂਦੇ ਆ। ਮਾਈਨਿੰਗ ਮਾਫੀਆ ਦੇ ਖਿਲਾਫ ਝਗੜਾ ਹੁੰਦਾ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਪਿੰਡਾਂ ਦੇ ਵਿੱਚ ਬਹੁਤ ਸਾਰੀ ਜਗ੍ਹਾ ਦੇ ਉੱਤੇ ਜਿੱਥੇ ਮਾਈਨਿੰਗ ਲੋਕੀ ਇਲੀਗਲ ਮਾਈਨਿੰਗ ਰੋਕਣ ਗਏ, ਉੱਥੇ ਪੁਲਿਸ ਨੇ ਜਿਹੜਾ ਉਹਨਾਂ ਦੇ ਉੱਤੇ ਲਾਠੀ ਚਾਰਜ ਕਰ ਦਿੱਤਾ, ਕਈਆਂ ਦੇ ਸੱਟਾਂ ਲੱਗੀਆਂ। ਉਲਟਾ ਇਹ ਕੁਝ ਪੰਚਾਇਤਾਂ ਦਾ ਕਹਿਣਾ ਤੇ ਇਹ ਵੀ ਹੈਗਾ ਕਿ ਦੋਸ਼ੀਆਂ ਦੇ ਖਿਲਾਫ FIR ਦਰਜ ਔਰ ਇਹ ਵੀ ਅਖਬਾਰਾਂ ਦੀ ਜ਼ੀਨਤ ਇਸ ਵੇਲੇ ਏਦਾਂ ਦੀਆਂ ਖਬਰਾਂ ਬਣੀਆਂ। ਸੋ ਜੀ। ਇੱਥੋਂ ਸੰਜੀਵ ਜੀ ਸਿੱਧਾ ਸਮਝ ਆਉਂਦਾ ਕਿ ਪੰਜਾਬ ਦਾ ਜਿਹੜਾ ਲੈਜਿਸਲੇਟਿਵ ਰਿਫਾਰਮ, ਐਡਮਿਨਿਸਟ੍ਰੇਟਿਵ ਰਿਫਾਰਮ, ਆਫੀਸ਼ੀਅਲ ਰਿਫਾਰਮ ਸੀ, ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਗੱਲਾਂ ਕਰਦੀ ਸੀ ਕਿ ਅਸੀਂ ਬਦਲਾਵ ਲਿਆਵਾਂਗੇ, ਸਾਰੇ ਸਿਸਟਮ ਨੂੰ ਸੁਧਾਰ ਦੇਵਾਂਗੇ, ਆਪਣੇ ਆਪ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣੇ ਸ਼ੁਰੂ ਹੋ ਜਾਣਗੇ। ਲੋਕਾਂ ਨੂੰ ਬਹੁਤ ਜ਼ਿਆਦਾ ਕੋਈ ਏਦਾਂ ਦੀ ਸਖਤ ਮਿਹਨਤ ਨਹੀਂ ਕਰਨੀ ਪਏਗੀ ਆਪਣੇ ਹੱਕਾਂ ਨੂੰ, ਆਪਣੇ ਰਾਈਟਸ ਨੂੰ ਔਰ ਆਪਣੇ ਜੈਨੂਇਨ ਕੰਮਾਂ ਨੂੰ ਕਰਾਉਣ ਲਈ। ਪਰ ਇਸ ਦੇ ਬਰਾਏ ਉਲਟ ਸਾਰਾ ਕੁਝ ਹੀ ਉਲਟ ਸਾਨੂੰ ਇਸ ਵੇਲੇ ਸਾਹਮਣੇ ਦਿਸ ਰਿਹਾ ਹੈਗਾ। ਲਾਅ ਐਂਡ ਆਰਡਰ ਦੀ ਸਥਿਤੀ ਵੀ ਬੜੀ ਕ੍ਰਿਟੀਕਲ ਸਟੇਜ ਤੇ ਆ ਗਈ ਹੈ। ਲੋਕ ਸੜਕਾਂ ਤੇ ਆ ਗਏ ਨੇ, ਕਰਮਚਾਰੀ ਸੜਕਾਂ ਤੇ ਆ ਗਏ। ਕੋਈ ਵਿਭਾਗ ਇਸ ਵੇਲੇ ਉਨੀ ਪ੍ਰਮੁਖਤਾ ਦੇ ਨਾਲ ਐਡਿਕੁਏਟਲੀ ਉਨੀ ਲੈਵਲ ਦੇ ਨਾਲ ਕੰਮ ਨਹੀਂ ਕਰ ਪਾ ਰਿਹਾ। ਸੋ ਇੱਥੋਂ ਸਿੱਧਾ ਸਮਝ ਆਉਂਦਾ ਕਿ ਜੇ ਧਰਨੇ ਪ੍ਰਦਰਸ਼ਨ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਓਵਰਆਲ ਨੁਕਸਾਨ ਜਿਹੜਾ ਨਹੀਂ ਸੀ ਹੋਣਾ, ਪਰ ਆਪਣਾ ਰੋਸ ਜ਼ਾਹਰ ਕਰਨ ਦਾ ਇੱਕ ਤਰੀਕਾ ਅਪਣਾ ਲਿਆ ਗਿਆ। ਪਰ ਪੰਜਾਬ ਦੇ ਵਿੱਚ ਕਹਿ ਲਓ ਜਾਂ ਸਾਡੇ ਦੇਸ਼ ਦੇ ਵਿੱਚ ਕਿਤੇ ਧੋੜ-ਭੰਨ ਦੀ ਗੱਲ ਹੁੰਦੀ ਹੈ, ਕਿਤੇ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੁੰਦਾ ਉਹਨੂੰ ਤੋੜਨ ਦੀ ਗੱਲ ਹੁੰਦੀ ਆ, ਆਪਸੀ ਭਾਈਚਾਰੇ ਨੂੰ ਉਖੜਨ ਦੀ ਗੱਲ ਜਿਹੜੀ ਲੋਕ ਕਰ ਦਿੰਦੇ ਆ, ਵਿਤਕਰੇ ਦੀ ਗੱਲ ਕਰ ਦਿੰਦੇ ਆ, ਕਿਤੇ ਸੜਕਾਂ ਜਾਮ ਕਰ ਲਈਆਂ ਜਾਂਦੀਆਂ। ਕਈ ਵਾਰੀ ਐਂਬੂਲੈਂਸਿਸ ਨੂੰ ਕੋਈ ਪੇਸ਼ੈਂਟ ਲੈ ਕੇ ਜਾ ਰਹੇ ਹੁੰਦੇ ਆ, ਉਹਨਾਂ ਨੂੰ ਵੀ ਆਪਣੀ ਮੂਵਮੈਂਟ ਕਰਨ ਦੇ ਵਿੱਚ ਦਿੱਕਤ ਆਉਂਦੀ ਆ। ਕਿਸੇ ਵੇਲੇ ਕੋਈ ਜਿਹੜਾ ਇਨਸਾਨ ਹੈ, ਕੋਈ ਵਿਅਕਤੀ ਹੈ, ਜੇ ਜ਼ਰੂਰੀ ਕੰਮ ਲਈ ਜਾਂਦਾ, ਉਹਨੂੰ ਉੱਥੇ ਰੁਕਾਵਟ ਪੈਦਾ ਹੋ ਜਾਂਦੀ ਹੈ। ਬਹੁਤ ਸਾਰੇ ਏਦਾਂ ਦੇ ਰਿਸੋਰਸਿਸ ਫਿਰ ਏਦਾਂ ਦੇ ਤੱਤਵ ਜਿਹੜੇ ਉਹ ਇਕੱਠੇ ਹੋ ਜਾਂਦੇ ਆ, ਜਿਹਦੇ ਨਾਲ ਸੜਕਾਂ ਜਾਮ ਹੁੰਦੀਆਂ, ਸਰਕਾਰੀ ਕੰਮ ਰੋਕੇ ਜਾਂਦੇ ਆ, ਜਿਹਦੇ ਨਾਲ ਇਹ ਸਮਝ ਆਉਂਦਾ ਕਿ ਆਮ ਅਵਾਮ ਜਿਨ੍ਹਾਂ ਦਾ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਜਿਹੜੇ ਲੋਕ ਘਰਾਂ ਤੋਂ ਕੰਮ ਤੇ ਕੰਮ ਤੋਂ ਘਰ ਜਾਂਦੇ ਨੇ, ਟੈਕਸ ਪੇ ਕਰਦੇ ਨੇ, ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਂਦੇ ਨੇ, ਸ਼ਰਾਫਤ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਆ, ਉਹਨਾਂ ਨੂੰ ਜਦੋਂ ਖੱਜਲ ਖੁਆਰੀ ਹੁੰਦੀ ਹੈ, ਜਦੋਂ ਮਹਿਲਾਵਾਂ ਨੂੰ ਖੱਜਲ ਖੁਆਰੀ ਹੁੰਦੀ ਹੈ, ਜਦੋਂ ਮੈਡੀਕਲ ਐਂਬੂਲੈਂਸਿਸ ਜਿਹੜੀਆਂ ਉਹ ਨਿਕਲਣ ਨਹੀਂ ਦਿੱਤੀਆਂ ਜਾਂਦੀਆਂ, ਤੇ ਫਿਰ ਸਾਨੂੰ ਸਮਝ ਆਉਂਦਾ। ਤੁਸੀਂ ਸੰਜੀਵ ਜੀ ਪਿਛਲੇ ਦਿਨ ਵੀ ਇੱਕ ਬੜੀ ਵਾਇਰਲ ਵੀਡੀਓ ਦੇਖੀ ਹੋਏਗੀ ਕਿ ਕੁਝ ਇੱਕ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਸੀ ਤੇ ਇੱਕ ਬਜ਼ੁਰਗ ਮਹਿਲਾ ਨੇ ਬੱਸ ਤੋਂ ਉਤਰ ਕੇ ਬਹੁਤ ਉਹਨਾਂ ਨੂੰ ਮੰਦਾ ਚੰਗਾ ਵੀ ਬੋਲਿਆ। ਜੇ ਮੈਂ ਟੈਕਨੀਕਲ ਪੁਆਇੰਟਸ ਗੱਲ ਕਰਾਂ ਤੇ ਉਹਨਾਂ ਨੇ ਇੱਕ ਅੱਛੇ ਪੁਆਇੰਟ ਰੇਜ਼ ਕੀਤੇ। ਕਿਸਾਨਾਂ ਨੂੰ ਭਾਵੇਂ ਉਹ ਗੱਲ ਮੰਦੀ ਲੱਗੀ ਹੋਵੇ, ਬੁਰੀ ਲੱਗੀ ਹੋਵੇ ਤੇ ਕੁਛ ਇੱਕ ਤਬਕੇ ਨੂੰ ਲੱਗੀ ਹੋਵੇ, ਪਰ ਉਹਨਾਂ ਨੇ ਵੈਲਿਡ ਪੁਆਇੰਟ ਰੇਜ਼ ਕੀਤੇ ਕਿ ਸਾਡੇ ਆਮ ਲੋਕਾਂ ਦੀ ਇਸ ਦੇ ਵਿੱਚ ਕੀ ਗਲਤੀ ਹੈਗੀ ਹੈ।
ਤੁਹਾਨੂੰ ਲੋਕਾਂ ਨੂੰ ਸਾਰੀ ਚੀਜ਼ਾਂ ਮੁਯੱਸਰ ਹੋ ਗਈਆਂ, ਮੰਗਾਂ ਮੰਨ ਲਈਆਂ ਜਾਂਦੀਆਂ, ਸਾਰਾ ਕੁਝ ਹੋ ਜਾਂਦਾ। ਪਰ ਇੱਕ ਬਜ਼ੁਰਗ ਉਹਨਾਂ ਨੇ ਕਿਹਾ ਕਿ ਮੈਂ ਇੱਕ ਬਜ਼ੁਰਗ ਔਰਤ ਹਾਂ, ਮੈਂ ਕਿਸ ਤਰ੍ਹਾਂ ਇੰਨੀ ਦੇਰ ਇੱਥੇ ਵੇਟ ਕਰ ਸਕਦੀ, ਖੜੀ ਹੋ ਸਕਦੀ ਹਾਂ ਜਾਂ ਰਸਤੇ ਦੇ ਵਿੱਚ ਰੁਕਾਵਟ ਪੈਦਾ ਕੀਤੀ, ਮੈਂ ਆਪਣੀ ਮੰਜ਼ਿਲ ਤੇ ਪਹੁੰਚਣਾ, ਮੈਨੂੰ ਉੱਥੇ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਦੇ ਨਾਲ ਓਵਰਆਲ ਪਬਲਿਕ ਦਾ ਆਪਣਾ ਹੀ ਨੁਕਸਾਨ ਹੁੰਦਾ ਹੈ, ਗਵਰਨਮੈਂਟ ਪ੍ਰੋਸੀਜਰਸ ਦਾ ਨੁਕਸਾਨ ਹੁੰਦਾ ਹੈ, ਐਕਸਚੇਕਰ ਦਾ ਨੁਕਸਾਨ ਹੁੰਦਾ, ਪਬਲਿਕ ਦੇ ਅਦਾਰਿਆਂ ਨੂੰ ਨੁਕਸਾਨ ਪਹੁੰਚਦਾ। ਉਂਝ ਟਰਾਂਸਪੋਰਟ ਅਧਿਕਾਰੀਆਂ ਨੇ ਜਾਂ ਕਰਮਚਾਰੀਆਂ ਨੇ ਜੇ ਸਟ੍ਰਾਈਕ ਕੀਤੀ ਹੈ ਤੇ ਸਿੱਧੀ-ਸਿੱਧੀ ਗੱਲ ਹੈ ਕਿ ਨਿੱਜੀ ਬੱਸਾਂ ਵਾਲਿਆਂ ਦੀ ਚਾਂਦੀ ਹੋ ਗਈ। ਉਨੀ ਹੀ ਕਮਾਈ ਜਿਹੜੀ ਸਰਕਾਰ ਦੇ ਅਮਲੇ ਨੂੰ ਹੋਣੀ ਸੀ, ਉਹਨਾਂ ਦੇ ਵਿਭਾਗ ਨੂੰ ਹੋਣੀ ਸੀ, ਉਹ ਫਿਰ ਨਿੱਜੀ ਮਹਿਕਮਾ ਜਿਹੜਾ ਪਰਸਨਲਾਈਜ਼ਡ ਬੱਸਿਸ ਹੁੰਦੀਆਂ, ਪ੍ਰਾਈਵੇਟ ਬੱਸਿਸ ਹੁੰਦੀਆਂ, ਉਹ ਸਾਰੀ ਆਮਦਨੀ ਜਿਹੜੀ ਉਹਨਾਂ ਨੂੰ ਗਈ। ਇਹਦੇ ਨਾਲ ਪਬਲਿਕ ਦਾ ਲਾਸ ਹੋਇਆ, ਗਵਰਨਮੈਂਟ ਦਾ ਲਾਸ ਹੋਇਆ। ਸੋ ਇਸ ਕਰਕੇ ਸਾਡੇ ਦੇਸ਼ ਔਰ ਸਾਡੀ ਸਟੇਟ ਦੇ ਵਿੱਚ ਜਿਹੜੇ ਆਏ ਦਿਨ ਹੀ ਧਰਨੇ ਪ੍ਰਦਰਸ਼ਨ ਹੋ ਰਿਹਾ, ਉਹਨਾਂ ਨੂੰ ਸਕਰੂਟਨਾਈਜ਼ ਕਰਕੇ ਇੱਕ ਉਹਦਾ ਮੈਕੈਨਿਜ਼ਮ ਕ੍ਰੀਏਟ ਕਰਨਾ ਚਾਹੀਦਾ। ਕੁਝ ਏਦਾਂ ਦਾ ਮਾਪਦੰਡ ਤੈਅ ਕਰ ਲੈਣਾ ਚਾਹੀਦਾ, ਮਿਡਲ ਵੇ ਤੈਅ ਕਰ ਲੈਣਾ ਚਾਹੀਦਾ, ਜਿਹਦੇ ਨਾਲ ਉਹਨਾਂ ਦਾ ਰੋਸ ਵੀ ਜ਼ਾਹਰ ਹੋ ਜੇ, ਪ੍ਰਦਰਸ਼ਨ ਵੀ ਹੋ ਜੇ, ਸਟ੍ਰਾਈਕ ਵੀ ਹੋ ਜੇ, ਪਰ ਆਮ ਆਵਾਮ, ਪਬਲਿਕ ਐਕਸਚੇਕਰ ਤੇ ਜਿਹੜੇ ਆਮ ਮਜ਼ਲੂਮ ਲੋਕ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਔਰ ਨੁਕਸਾਨ ਨਾ ਪਹੁੰਚੇ। ਐਗਜ਼ੈਕਟਲੀ ਪਵਨ ਜੀ, ਦੇਖੋ ਜਦੋਂ ਦੇਸ਼ ਆਜ਼ਾਦ ਨਹੀਂ ਸੀ ਉਦੋਂ ਧਰਨੇ ਪ੍ਰਦਰਸ਼ਨ ਹੁੰਦੇ ਸੀ, ਨੌਨ ਕੋਆਪਰੇਸ਼ਨ ਮੂਵਮੈਂਟ, ਅਸਹਿਯੋਗ ਅੰਦੋਲਨ, ਠੀਕ ਹੈ ਨਾ, ਅਸੀਂ ਤੁਹਾਨੂੰ ਕੋਆਪਰੇਟ ਨਹੀਂ ਕਰਾਂਗੇ। ਸੋ ਇਸ ਤਰ੍ਹਾਂ ਦੀਆਂ ਕਈ ਉਸ ਵਕਤ ਘਟਨਾਵਾਂ ਹੋਈਆਂ, ਕਈ ਤਰ੍ਹਾਂ ਦੀਆਂ ਮੁਹਿੰਮ ਚੱਲੀਆਂ ਜਿਹੜੀਆਂ ਸਾਡੇ ਆਜ਼ਾਦੀ ਘੁਲਾਟੀਆਂ ਨੇ ਚਲਾਈਆਂ ਨੇ ਕਿ ਅਸੀਂ ਪੂਰਾ ਦਿਨ ਇਬਾਦਤ ਕਰਾਂਗੇ, ਪੂਰਾ ਦਿਨ ਅਸੀਂ ਕੋਈ ਕੰਮ ਨਹੀਂ ਕਰਾਂਗੇ, ਗਵਰਨਮੈਂਟ ਦੀ ਕੋਈ ਮਸ਼ੀਨਰੀ ਕੰਮ ਨਹੀਂ ਕਰੇਗੀ, ਅਸੀਂ ਟੋਟਲ ਹੜਤਾਲ ਜਿਹਨੂੰ ਕਹਿ ਸਕਦੇ ਹਾਂ, ਸਟ੍ਰਾਈਕ ਕਹਿ ਸਕਦੇ ਹਾਂ, ਨੌਨ ਕੋਆਪਰੇਸ਼ਨ ਜੋ ਬ੍ਰਿਟਿਸ਼ ਗਵਰਨਮੈਂਟ ਨਾਲ ਅਸੀਂ ਕਰਦੇ ਸੀ ਭਾਰਤੀ ਉਦੋਂ, ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਅਸੀਂ ਸਾਰੇ ਜਾਣੇ ਮਿਲ ਜੁਲ ਕੇ ਹਿੱਸਾ ਪਾ ਰਹੇ ਹਾਂ। ਸੋ ਉਦੋਂ ਅਸੀਂ ਬ੍ਰਿਟਿਸ਼ ਗਵਰਨਮੈਂਟ ਤੋਂ ਆਪਣੇ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ, ਉਦੋਂ ਗੱਲ ਠੀਕ ਸੀ। ਅੱਜ ਕਿਉਂਕਿ ਉਦੋਂ ਇਹ ਗੱਲ ਸੀਗਾ ਕਿ ਈਸਟ ਇੰਡੀਆ ਕੰਪਨੀ ਜਿਹੜਾ ਮਾਲ ਲੈ ਕੇ ਆਉਂਦੀ ਆ ਉਹ ਭਾਰਤ ਵਿੱਚ ਵੇਚਦੀ ਆ, ਭਾਰਤ ਦੇ ਸਾਰੇ ਕਾਰੀਗਰ ਜਿਹੜੇ ਨੇ ਉਹ ਵਿਹਲੇ ਹੁੰਦੇ ਜਾ ਰਹੇ ਨੇ, ਇਕਨੋਮੀ ਨੂੰ ਸੈਟਬੈਕ ਲੱਗ ਰਿਹਾ। ਪਰ ਅੱਜ ਹਕੂਮਤ ਆਪਣੀ ਹੈ, ਪਰ ਜਿਹੜੀਆਂ ਰਿਵਾਇਤਾਂ ਉਦੋਂ ਦੀਆਂ ਚੱਲਦੀਆਂ ਪਈਆਂ ਸੀ ਉਹ ਹੁਣ ਵੀ ਉਹੀ ਚੱਲਦੀਆਂ ਪਈਆਂ। ਅਸੀਂ ਕਿਉਂ ਨਹੀਂ ਸਮਝਦੇ ਕਿ ਹੁਣ ਹਕੂਮਤ ਆਪਣੀ ਹੈ, ਇਹ ਬ੍ਰਿਟਿਸ਼ ਗਵਰਨਮੈਂਟ ਨਹੀਂ ਹੈ, ਇਹ ਆਪਣੀ ਹਕੂਮਤ ਹੈ, ਆਪਣੇ ਦੇਸ਼ ਨੂੰ, ਆਪਣੀ ਹਕੂਮਤ ਨੂੰ ਨੁਕਸਾਨ ਹੋ ਰਿਹਾ। ਫਿਰ ਗੱਲ ਕਰਨਗੇ ਜੀ ਇਹ ਘਪਲੇ ਹੁੰਦੇ ਨੇ ਜੀ, ਇਹ ਮਿਨਿਸਟਰ ਖਾ ਗਏ ਜੀ ਅਸੀਂ ਇੱਦਾਂ ਹੜਤਾਲ ਕਰ ਲਾਂਗੇ ਫਿਰ ਕੀ ਹੋ ਜਾਏਗਾ। ਉਹ ਬਈ ਉਹ ਮਿਨਿਸਟਰ ਖਾ ਗਏ, ਘਪਲੇ ਹੁੰਦੇ ਨੇ, ਉਹ ਬਾਅਦ ਦੀ ਗੱਲ ਹੈ। ਪਹਿਲਾਂ ਤੁਸੀਂ ਤੇ ਆਪਣਾ ਫਰਜ਼ ਪਛਾਣੋ ਕਿ ਇੰਨੇ ਸਾਰੇ ਭਾਰਤ ਦੇ ਲੋਕ, ਇੰਨੇ ਸਾਰੇ ਪੰਜਾਬ ਦੇ ਲੋਕ ਮਿਲ ਕੇ ਜੇ ਹੜਤਾਲ ਕਰਨ ਲੱਗ ਪੈਣ ਤਾਂ ਫਿਰ ਦੇਸ਼ ਕਿਵੇਂ ਚੱਲੂ, ਮਸ਼ੀਨਰੀ ਕਿਵੇਂ ਚੱਲੂ। ਅਸੀਂ ਇਹ ਗੱਲ ਕਿਉਂ ਨਹੀਂ ਸਮਝ ਪਾ ਰਹੇ ਕਿ ਦੇਸ਼ ਆਜ਼ਾਦ ਹੋ ਚੁੱਕਾ ਹੈ, ਅਸੀਂ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਨਹੀਂ ਹਾਂ, ਅਸੀਂ ਆਪਣੇ ਦੇਸ਼ ਨੂੰ ਖੁਦ ਕਮਜ਼ੋਰ ਕਰ ਰਹੇ ਹਾਂ, ਸਾਡੀ ਆਪਣੀ ਸਰਕਾਰ ਹੈ ਜਿਹਨੂੰ ਅਸੀਂ ਆਪ ਚੁਣਿਆ। ਅਸੀਂ ਕਿਉਂ ਨਹੀਂ ਇਹ ਗੱਲ ਸਮਝਦੇ, ਕਿਉਂ ਨਹੀਂ ਐਜੂਕੇਟ ਹੁੰਦੇ ਅਸੀਂ। ਦੇਖੋ ਇਹ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਆ। ਇੱਕ ਕਲਚਰ ਜਿਹੜਾ ਸਾਡੇ ਸਮਾਜ ਦੇ ਵਿੱਚ ਵੱਡਾ ਪੈਦਾ ਹੋ ਗਿਆ, ਜੇ ਕੋਈ ਦੋਸ਼ੀ ਹੁੰਦਾ ਉਹ ਵੀ ਧਰਨੇ ਤੇ ਆ ਕੇ ਬੈਠ ਜਾਂਦਾ, ਤੇ ਜੇ ਕਿਸੇ ਨਾਲ ਕੋਈ ਵਧੀਕੀ ਹੋ ਜਾਂਦੀ ਆ ਉਹਦਾ ਬੈਠਣਾ ਪਤਾ ਨਹੀਂ ਉਹ ਸੰਭਵ ਹੋ ਪਾਉਂਦਾ ਕਿ ਨਹੀਂ ਹੋ ਪਾਉਂਦਾ। ਅੱਜ ਜਿਹੜੀ ਇੱਕ ਐਲੀਨੇਸ਼ਨ, ਪੋਲਰਾਈਜੇਸ਼ਨ ਆ, ਜਿਹੜੀ ਧਰੁਵੀਕਰਨ ਹੈ ਕਿਸੇ ਵੀ ਗੱਲ ਨੂੰ, ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਕਿ ਸਾਡੇ ਦੇਸ਼ ਦੇ ਵਿੱਚ ਕੋਈ ਗੱਲ ਹੋਵੇ, ਕਿਤੇ ਉਹਨੂੰ ਧਾਰਮਿਕ ਰੰਗਤ ਦੇ ਦਿੱਤੀ ਜਾਂਦੀ, ਕਿਤੇ ਉਹਨੂੰ ਕੋਈ ਹੋਰ ਰੰਗਤ ਦੇ ਦਿੱਤੀ ਜਾਂਦੀ ਹੈ, ਕਿਤੇ ਫਿਰਕਾ ਪ੍ਰਸਤੀ ਦੀ ਗੱਲ ਆ ਜਾਂਦੀ ਹੈ, ਕਿਤੇ ਫਿਰ ਹਰ ਜਗ੍ਹਾ ਦੇ ਉੱਤੇ ਜੇ ਕੋਈ ਪ੍ਰਦਰਸ਼ਨ ਕਰਦਾ, ਜੇ ਕਮਿਊਨਿਟੀਜ਼ ਨੂੰ ਡਿਵਾਈਡ ਕਰ ਲੈਂਦੇ ਆ, ਪ੍ਰਦਰਸ਼ਨਕਾਰੀਆਂ ਦੇ ਪਿੱਛੇ ਕਿਸੇ ਨਾ ਕਿਸੇ ਤਰ੍ਹਾਂ ਦੇ ਰਾਜਨੀਤਿਕ ਲੋਕ ਹੁੰਦੇ ਆ, ਰਾਜਨੀਤੀ ਬਾਇਸਡ ਹੁੰਦੀ ਆ, ਕਿਤੇ ਨਾ ਕਿਤੇ ਸਰਕਾਰਾਂ ਨੂੰ ਬਦਨਾਮ ਕਰਨ ਦੀ ਵੀ ਸਾਜ਼ਿਸ਼ਾਂ ਇਹਦੇ ਵਿੱਚ ਸ਼ਮੂਲੀਅਤ ਕਰ ਲੈਂਦੀਆਂ। ਜਦੋਂ ਜ਼ਿਆਦਾ ਪ੍ਰਦਰਸ਼ਨ ਹੋਣਗੇ, ਏਦਾਂ ਦੇ ਫੈਕਟਰਸ ਡਿਵੈਲਪ ਹੋਣਗੇ, ਉਨੀਆਂ ਜ਼ਿਆਦਾ ਖਬਰਾਂ ਬਣਨਗੀਆਂ, ਉਹਨਾਂ ਨੂੰ ਟਾਰਗੇਟ ਕਰਨ ਦਾ ਮੌਕਾ ਮਿਲੇਗਾ, ਤਨਕੀਦ ਕਰਨ ਦਾ ਮੌਕਾ ਮਿਲੇਗਾ। ਪਰ ਹਾਂ, ਸੰਜੀਵ ਜੀ ਇੱਕ ਇੰਪੋਰਟੈਂਟ ਗੱਲ ਇਹ ਹੈਗੀ ਆ ਕਿ ਜਦੋਂ ਸਰਕਾਰਾਂ, ਜੇ ਅਸੀਂ ਸਪੈਸ਼ਲੀ ਪੰਜਾਬ ਦੀ ਗੱਲ ਕਰੀਏ, ਤੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ। ਉਹਨਾਂ ਨੇ ਕਿਹਾ ਸੀ ਅਸੀਂ ਲੈਜਿਸਲੇਟਿਵ ਰਿਫਾਰਮ ਕਰਾਂਗੇ, ਵੀਵੀਆਈਪੀ ਕਲਚਰ ਦੀ ਸਮਾਪਤੀ ਕਰਾਂਗੇ, ਅਸੀਂ ਗਰੀਬ ਨੂੰ ਹੱਕ ਦਿਵਾਵਾਂਗੇ, ਕਿਸੇ ਨੂੰ ਆਪਣੀ ਮੰਗਾਂ ਲਈ ਘਰੋਂ ਬਾਹਰ ਨਹੀਂ ਆਉਣਾ ਪਊਗਾ, ਘਰ ਬੈਠਿਆਂ ਉਹਨਾਂ ਦੇ ਬਣਦੇ ਰਾਈਟਸ ਉਹਨਾਂ ਨੂੰ ਮਿਲਣਗੇ। ਪਰ ਜੇ ਏਦਾਂ ਦੀ ਗੱਲ ਕੋਈ ਸੰਭਵ ਹੋਈ ਹੁੰਦੀ, ਤੇ ਤੁਸੀਂ ਸਮਝ ਸਕਦੇ ਹੋ ਕਿ ਇੰਨੇ ਲੋਕ ਫਿਰ ਸੜਕਾਂ ਤੇ ਨਾ ਆਉਂਦੇ। ਫਿਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੈਗੀ ਆ, ਲੋਕਾਂ ਨੂੰ ਆਪਣੇ ਜਿੱਥੇ ਰਾਈਟਸ ਦੀ ਮੰਗ ਉਹ ਕਰਦੇ ਆ, ਉੱਥੇ ਉਹਨਾਂ ਨੂੰ ਆਪਣੇ ਡਿਊਟੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ। ਜਿੱਥੇ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਰਾਈਟਸ ਹੈਗੇ ਆ, ਉੱਥੇ ਫੰਡਾਮੈਂਟਲ ਡਿਊਟੀਜ਼ ਵੀ ਸਾਡੀਆਂ ਬਣਦੀਆਂ ਨੇ, ਜਿਹਦੇ ਵਿੱਚ ਅਸੀਂ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਹੀਂ ਕਰਨਾ, ਨੈਚੁਰਲ ਆਵਾਜਾਈ ਨੂੰ ਨਹੀਂ ਰੋਕਣਾ। ਅੱਜ ਦੇਖੋ ਕੋਈ ਵੀ ਗੱਲ ਹੁੰਦੀ ਹੈ, ਪਿਛਲੇ ਸਮੇਂ ਦੇ ਲਾਅ ਐਂਡ ਆਰਡਰ ਇਸ਼ੂਜ਼ ਹੋਏ, ਬਹੁਤ ਸਾਰੇ ਸੈਕਸ ਦੇ ਲੋਕਾਂ ਨੂੰ ਮਾਰਿਆ ਵੀ ਗਿਆ। ਕਹਿ ਸਕਦੇ ਹਾਂ ਕਿ ਹੁਣ ਵੀ
ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਕਿਸੇ ਇੱਕ ਤਬਕੇ ਦੇ ਲੀਡਰ ਨੂੰ, ਸੋ ਕਾਲਡ ਲੀਡਰ ਮੈਂ ਕਹਿ ਸਕਦਾ ਵੈਸੇ। ਮੈਂ ਉਸ ਵਿਅਕਤੀ ਨੂੰ ਲੀਡਰ ਨਹੀਂ ਮੰਨਦਾ ਜਿਹੜਾ ਸਮਾਜ ਦੇ ਵਿੱਚ ਲੋਕਾਂ ਲਈ ਜ਼ਹਿਰ ਘੋਲਦਾ, ਲੋਕਾਂ ਦੇ ਵਿੱਚ ਫਿਰਕਾਪ੍ਰਸਤੀ ਦੇ ਜ਼ਹਿਰ ਘੋਲਦਾ, ਲੋਕਾਂ ਨੂੰ ਵੰਡਦਾ, ਉਹਨੂੰ ਮੈਂ ਲੀਡਰ ਤਾਂ ਨਹੀਂ ਮੰਨਦਾ। ਪਰ ਫਿਰ ਵੀ ਜੇ ਕੋਈ ਆਪਣੇ ਆਪ ਨੂੰ ਖੁਦ ਲੀਡਰ ਕਹਿੰਦਾ ਤੇ ਜੇ ਉਹਦੇ ਉੱਤੇ ਕੋਈ ਏਦਾਂ ਦਾ ਹਾਦਸਾ ਪੇਸ਼ ਆਉਂਦਾ ਤੇ ਫਿਰ ਲੋਕ ਦੇਖੋ ਹਰ ਵੇਲੇ ਧਰਮ, ਧਰਮ, ਧਰਮ ਸ਼ੁਰੂ ਕਰ ਦਿੰਦੇ ਨੇ ਜੀ। ਸਾਡੇ ਨਾਲ ਆਹ ਗੱਲ ਹੋ ਗਈ, ਫਲਾਣੇ ਧਰਮ ਦਾ ਬੰਦਾ, ਫਲਾਣੇ ਧਰਮ ਦਾ ਲੀਡਰ, ਤੇ ਉਹ ਜਾ ਕੇ ਜੀ ਕਦੀ ਰੇਲਵੇ ਟਰੈਕ ਤੇ ਜਾ ਕੇ ਬਹਿ ਜਾਂਦੇ ਕਿ ਅਸੀਂ ਜੀ ਇਹ ਤੇ ਸਾਡੇ ਫਲਾਣੇ ਧਰਮ ਦਾ ਆਗੂ ਸੀ। ਮੈਂ ਵੀ ਕਿਸੇ ਧਰਮ ਦੇ ਨਾਲ ਬਿਲੋਂਗ ਕਰਦਾ ਹੋਊਂਗਾ ਤੇ ਮੈਂ ਤੇ ਏਦਾਂ ਦੇ ਕਿਸੇ ਆਗੂ ਨੂੰ ਆਪਣਾ ਲੀਡਰ ਨਹੀਂ ਮੰਨਦਾ। ਤੇ ਜੇ ਮੈਂ ਹੀ ਨਹੀਂ ਮੰਨਦਾ ਤੇ ਉਹ ਕਿਹੜੇ ਲੋਕਾਂ ਦੇ ਲੀਡਰ ਨੇ ਜੀ, ਮੈਨੂੰ ਤੇ ਇਹ ਸਮਝ ਨਹੀਂ ਆਉਂਦੀ। ਫਿਰ ਉਹ ਫਿਰਕਾਪ੍ਰਸਤੀ ਦਾ, ਧਰਮ ਦਾ ਰੰਗ ਦੇ ਕੇ ਪ੍ਰਦਰਸ਼ਨਾਂ ਤੇ ਬਹਿ ਜਾਂਦੇ ਆ, ਰੇਲਾਂ ਰੋਕ ਲੈਂਦੇ ਆ। ਫਿਰ ਆਮ ਅਵਾਮ ਜਿਨ੍ਹਾਂ ਨੂੰ ਇਹਨਾਂ ਟੈਕਨੀਕੈਲਿਟੀਜ਼ ਦੀ ਓਨਾ ਧਿਆਨ ਨਹੀਂ ਹੁੰਦਾ, ਉਹ ਫਿਰ ਸੋਚਦੇ ਆ ਕਿ ਸ਼ਾਇਦ ਫਲਾਣੇ ਧਰਮ ਦੇ ਲੋਕਾਂ ਨੇ ਜੀ ਰਾਹ ਰੋਕ ਲਿਆ, ਫਲਾਣੇ ਤਬਕੇ ਦੇ ਲੋਕਾਂ ਨੇ ਜੀ ਹੜਤਾਲ ਕੀਤੀ, ਫਲਾਣੇ ਧਰਮ ਦੇ ਲੋਕ ਜੀ ਹੁਣ ਆਹ ਗੱਲ ਕਰਨਗੇ, ਇਹਦੇ ਨਾਲ ਖਲਾਅ ਸਾਡੇ ਸਮਾਜ 'ਚ ਪੈਦਾ ਹੋ ਜਾਊਗਾ, ਜਦਕਿ ਔਨ ਗਰਾਊਂਡ ਇਹੋ ਜਿਹੀ ਕੋਈ ਵੀ ਗੱਲ ਨਹੀਂ ਹੁੰਦੀ। ਜੀ। ਸੋ ਇਹ ਪ੍ਰਦਰਸ਼ਨਕਾਰੀ, ਇਹ ਧਰਨਾ ਜੀਵੀ ਜਿਹੜੇ ਹੁੰਦੇ ਆ, ਇਹ ਆਪਣੇ ਮੋਟਿਵਸ ਨੂੰ ਕਈ ਵਾਰੀ ਸਿੱਧਾ ਕਰਨ ਵਾਸਤੇ ਜਾਂ ਰਾਜਨੀਤਿਕ ਸਿਨੈਰੀਓ ਕ੍ਰੀਏਟ ਕਰਨ ਵਾਸਤੇ ਏਦਾਂ ਦੇ ਐਫਰਟਸ ਜ਼ਰੂਰ ਕਰ ਦਿੰਦੇ ਆ। ਕਈ ਲੋਕਾਂ ਦਾ ਜਿਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਜੈਨੂਇਨ ਪ੍ਰਦਰਸ਼ਨ ਕਰਦੇ ਆ, ਜੈਨੂਇਨ ਡਿਮਾਂਡਸ ਰੱਖਦੇ ਆ ਤੇ ਆਪਣੀ ਆਵਾਜ਼ ਅੱਛੇ ਤਰੀਕੇ ਨਾਲ ਬੁਲੰਦ ਕਰਦੇ ਤੇ ਉਹਨਾਂ ਦੀ ਆਵਾਜ਼ ਬੜੀ ਦੂਰ ਤੱਕ ਪਹੁੰਚਦੀ ਵੀ ਹੈ। ਪਰ ਹਾਂ, ਸਾਡੇ ਦੇਸ਼ ਦੇ ਵਿੱਚ ਇੱਕ ਵੱਡਾ ਕਲਚਰ ਹੈਗਾ ਕਿ ਕਿਸੇ ਵੀ ਚੀਜ਼ ਦਾ ਮਿਸਯੂਜ਼ ਕਰ ਲੈਣਾ। ਕਿ ਜੇ ਆਪਣੀ ਡਿਮਾਂਡ ਕੋਈ ਮੰਗ ਰੱਖਣੀ ਆ, ਜਿੱਥੇ ਮਰਜ਼ੀ ਸੜਕ ਰੋਕ ਕੇ ਬੈਠ ਜਾਣਾ, ਜਿੱਥੇ ਮਰਜ਼ੀ ਆਵਾਜਾਈ ਨੂੰ ਰੋਕ ਦੇਣਾ, ਪ੍ਰਭਾਵਿਤ ਕਰ ਦੇਣਾ। ਚਾਹੇ ਬੱਚੇ ਜਾ ਰਹੇ ਆ, ਸਕੂਲ ਦੀ ਵੈਨ ਜਾ ਰਹੀ ਹੈ, ਕੋਈ ਵੀ ਚੀਜ਼ ਜਾ ਰਹੀ ਹੈ, ਸੜਕਾਂ ਨੂੰ ਜਾਮ ਕਰ ਦੇਣਾ, ਲੰਬੇ ਟ੍ਰੈਫਿਕਸ ਦੇ ਵਿੱਚ ਲੋਕਾਂ ਨੂੰ ਫਸਾ ਦੇਣਾ। ਜਿੰਨੇ ਕੁ ਜ਼ਰੂਰੀ ਆਪਣੇ ਘਰ ਪਹੁੰਚਣਾ ਹੋਵੇ, ਕਿਤੇ ਆਪਣੇ ਬਜ਼ੁਰਗ ਮਾਂ-ਬਾਪ ਦੀ ਜਾਂ ਕਿਸੇ ਬਜ਼ੁਰਗ ਆਪਣੇ ਪਰਿਵਾਰ ਦੇ ਜੀਅ ਦੀ ਖਿਦਮਤ ਲਈ ਉਹਨੇ ਪਹੁੰਚ ਹੀ ਨਹੀਂ ਸਕਣਾ। ਸੋ ਇਹ ਗੱਲਾਂ ਜਿਹੜੀਆਂ ਧਰਨੇ ਪ੍ਰਦਰਸ਼ਨਾਂ ਦੀਆਂ, ਇਹ ਗਲਤ ਹੈਗੀਆਂ। ਉਸ ਤੋਂ ਬਾਅਦ ਫਿਰ ਸਾਰਾ ਸਿਸਟਮ, ਅਮਲਾ, ਪ੍ਰਸ਼ਾਸਨ ਜਿਹੜਾ ਉਹਨਾਂ ਨੂੰ ਮੈਨੇਜ ਕਰਨ ਤੇ ਲੱਗ ਜਾਂਦਾ। ਉਹਨਾਂ ਦੇ ਵਿੱਚ ਸਿਕਿਉਰਿਟੀ ਇਸ਼ੂਜ਼ ਵੀ ਆ ਜਾਂਦੇ ਆ ਪੰਜਾਬ ਦੇ ਵਿੱਚ, ਤੇ ਲਾਅ ਐਂਡ ਆਰਡਰ ਅੱਜ-ਕੱਲ੍ਹ ਵੈਸੇ ਇਹਦੇ ਹਾਲਾਤ ਬੜੇ ਮਾੜੇ ਹੋਏ ਆ ਕਿ ਕਿਤੇ ਕੋਈ ਧਰਨਾ ਜਾਂ ਪ੍ਰਦਰਸ਼ਨ ਹੁੰਦਾ ਤੇ ਪੁਲਿਸ ਜਾਂ ਏਜੰਸੀਜ਼ ਉਸੇ ਵੇਲੇ ਮੂਵਮੈਂਟ ਰੱਖਦੀਆਂ ਕਿ ਕਿਤੇ ਇਹਨਾਂ ਦੇ ਧਰਨਾ ਪ੍ਰਦਰਸ਼ਨ ਦੀ ਆੜ ਦੇ ਵਿੱਚ ਕੋਈ ਹੋਰ ਏਦਾਂ ਦਾ ਕਾਰਾ ਨਾ ਕਰ ਜੇ ਜਿਹਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਜਾਣ। ਸੋ ਇਸ ਕਰਕੇ ਆਲ ਇਨ ਆਲ ਸਾਡੇ ਲੋਕਾਂ ਨੂੰ ਵੀ ਧਰਨਾ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਕੁਝ ਬੁਨਿਆਦੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ, ਜਿਹਦੇ ਵਿੱਚ ਸਾਨੂੰ ਦੇਖਣਾ ਚਾਹੀਦਾ ਕਿ ਸਾਡੇ ਧਰਨਾ ਪ੍ਰਦਰਸ਼ਨ ਦੇ ਨਾਲ ਆਮ ਪਬਲਿਕ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ, ਕਿਸੇ ਜਾਤੀ, ਕਿਸੇ ਵਿਅਕਤੀ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ, ਕਿਤੇ ਅਸੀਂ ਕਿਸੇ ਵਿੱਦਿਅਕ ਅਦਾਰੇ ਦਾ ਨੁਕਸਾਨ ਤਾਂ ਨਹੀਂ ਕਰ ਰਹੇ, ਕਿਸੇ ਦੀ ਪੜ੍ਹਾਈ ਦਾ, ਕਿਸੇ ਦੇ ਕਾਰੋਬਾਰ ਦਾ, ਕਿਸੇ ਦੀ ਰੋਜ਼ੀ-ਰੋਟੀ ਦਾ, ਕਿਸੇ ਦੀ ਆਰਥਿਕ ਹਾਲਾਤਾਂ ਦਾ ਅਸੀਂ ਨੁਕਸਾਨ ਤਾਂ ਨਹੀਂ ਕਰ ਰਹੇ। ਤੁਸੀਂ ਧਰਨਾ ਪ੍ਰਦਰਸ਼ਨ ਕਰ ਦਿੰਦੇ ਹੋ, ਬਾਜ਼ਾਰ ਬੰਦ ਕਰਾ ਦਿੰਦੇ ਹੋ, ਪੰਜਾਬ ਬੰਦ ਦੀ ਆਵਾਜ਼ ਦੇ ਦਿੰਦੇ ਹੋ। ਪਿਛਲੇ ਸਮੇਂ ਦੇ ਵਿੱਚ ਕੋਵਿਡ ਰਿਹਾ, ਕੋਰੋਨਾ ਰਿਹਾ, ਲੋਕਾਂ ਦੇ ਕਾਰੋਬਾਰ ਬੰਦ ਰਹੇ। ਤੁਸੀਂ ਦੇਖੋ ਪੰਜਾਬ ਬੰਦ ਹੈ ਜੀ, ਅੱਜ ਫਲਾਣਾ ਬੰਦ ਹੈ ਜੀ, ਅੱਜ ਅੰਮ੍ਰਿਤਸਰ ਬੰਦ ਹੈ ਜੀ। ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ, ਪਿਸਦਾ ਕੌਣ ਹੈ? ਗਰੀਬ ਮਜ਼ਦੂਰ ਪਿਸਦਾ ਹੈਗਾ, ਰੇਹੜੀਆਂ ਵਾਲੇ ਪਿਸਦੇ ਆ, ਸਬਜ਼ੀਆਂ ਵਾਲੇ ਪਿਸਦੇ ਆ, ਫਰੂਟ ਵਾਲੇ ਪਿਸਦੇ ਆ। ਵੱਡੇ-ਵੱਡੇ ਮਾਲਜ਼, ਵੱਡੇ-ਵੱਡੇ ਸਟੋਰਜ਼, ਵੱਡੇ-ਵੱਡੇ ਹੋਟਲ ਤੇ ਸ਼ਾਮ ਨੂੰ ਫਿਰ ਖੁੱਲੇ ਹੁੰਦੇ। ਉੱਥੇ ਸ਼ਰਾਬਾਂ ਚੱਲਦੀਆਂ, ਉੱਥੇ ਮੀਟ ਚੱਲਦੇ, ਉੱਥੇ ਦਾਰੂ ਚੱਲਦੇ। ਪਰ ਜਿਹੜੇ ਗਰੀਬ ਨੇ ਉਹੀ ਤਾਜ਼ੀ ਵੇਚ ਕੇ ਤੇ ਉਹੀ ਘਰ ਜਾ ਕੇ ਰੋਟੀ ਖਾਣੀ ਆ, ਉਹਦਾ ਕਾਰੋਬਾਰ ਬੰਦ ਕਰ ਦਿੰਦੇ ਆ। ਉਹ ਵਿਚਾਰਾ ਰੋਟੀ ਨੂੰ, ਪੈਸੇ ਨੂੰ ਤਰਲੋ ਮੱਚੀ ਹੋਇਆ ਸਮਾਜ ਦੇ ਵਿੱਚ ਫਿਰ ਗਰੀਬ ਤੋਂ ਗਰੀਬ ਹੋਰ ਬਦਤਰ ਉਹਦੇ ਹਾਲਾਤ ਬਣਦੇ ਜਾਂਦੇ ਆ। ਸੋ ਇਸ ਕਰਕੇ ਇਹ ਧਰਨਾ ਪ੍ਰਦਰਸ਼ਨਕਾਰੀਆਂ ਨੂੰ ਇਹ ਸਭ ਤੋਂ ਪਹਿਲਾਂ ਸਮਝ ਲੈਣਾ ਚਾਹੀਦਾ ਕਿ ਕੋਈ ਵੀ ਜਦੋਂ ਏਦਾਂ ਦਾ ਪ੍ਰਦਰਸ਼ਨ ਉਹ ਕਰਨ, ਉਹ ਇਹ ਗੱਲ ਖਾਸ ਧਿਆਨ ਰੱਖਣ, ਕਿਸੇ ਆਮ ਲੋਕ ਦਾ, ਗਰੀਬ ਵਿਅਕਤੀ ਦਾ, ਕਿਸੇ ਮਜ਼ਲੂਮ ਦਾ, ਕਿਸੇ ਸ਼ਰੀਫ ਦਾ, ਕਿਸੇ ਬਿਮਾਰ ਦਾ, ਕਿਸੇ ਵਿਦਿਆਰਥੀ ਦਾ, ਕਿਸੇ ਡਾਕਟਰ ਦਾ, ਕਿਸੇ ਇੰਪੋਰਟੈਂਟ ਸਪੇਸ ਦਾ ਅਸੀਂ ਕੋਈ ਸਮਾਂ ਜਾਂ ਉਹਨਾਂ ਦੇ ਹਾਲਾਤ ਤਾਂ ਨਹੀਂ ਖਰਾਬ ਕਰ ਰਹੇ। ਤੇ ਜੇ ਅਸੀਂ ਕਰ ਰਹੇ ਹਾਂ, ਅਸੀਂ ਫਿਰ ਕਿਤੇ ਵੀ ਸੱਚੇ ਪ੍ਰਦਰਸ਼ਨਕਾਰੀ ਨਹੀਂ ਹੈਗੇ। ਫਿਰ ਸਾਡੀ ਡਿਮਾਂਡਸ ਦੇ ਵਿੱਚ ਵੀ ਕਿਤੇ ਨਾ ਕਿਤੇ ਫਾਲਟ ਹੋਊਗਾ। ਜੇ ਸਾਡੇ ਡਿਮਾਂਡਸ ਦੇ ਵਿੱਚ ਫਾਲਟ ਨਹੀਂ ਹੈਗਾ ਤੇ ਸਾਡੀ ਜ਼ਹਿਨੀ ਖਰਾਬੀ ਹੋਊਗੀ, ਸਾਡੀ ਸੋਚ ਦੇ ਵਿੱਚ ਖਰਾਬੀ ਹੋਊਗੀ, ਜਿਹਦੇ ਨਾਲ ਅਸੀਂ ਆਪਣੇ ਆਪ ਦਾ ਨੁਕਸਾਨ ਫਿਰ ਆਪਣੇ ਆਪ ਖੁਦ ਹੀ ਕਰ ਰਹੇ ਹੁੰਦੇ। ਐਗਜ਼ੈਕਟਲੀ। ਔਰ ਇਹੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਾਰਿਆਂ ਨੂੰ ਤੰਗ ਕਰਦੀਆਂ ਨੇ। ਤੁਸੀਂ ਦੇਖੋ ਹਮੇਸ਼ਾ ਨਿਊਜ਼, ਕੋਈ ਕਿਤੇ ਪ੍ਰਦਰਸ਼ਨ ਹੋ ਰਿਹਾ, ਕੋਈ ਟੈਂਕੀ ਤੇ ਚੜੇ ਹੋਏ ਨੇ, ਉੱਥੇ ਖੜੇ ਹੋ ਗਏ ਨੇ ਕਿਉਂਕਿ ਸਾਡੀਆਂ ਮੰਗਾਂ ਪੂਰੀਆਂ ਕਰੋ, ਸਾਨੂੰ ਨੌਕਰੀ ਦਿਓ। ਟੈਂਕੀ ਤੇ ਜਾ ਕੇ ਬਹਿ ਗਏ, ਫਿਰ ਉਹਨਾਂ ਨੂੰ ਥੱਲੇ ਲਾਇਆ ਜਾਏ। ਸੀਐਮ ਦੇ ਘਰ ਦਾ ਘਿਰਾਓ ਕਰਕੇ ਬਹਿ ਜਾਓ, ਉਹ ਵੀ ਚਲੋ ਇੱਕ ਕਿਸਾਨ ਅੰਦੋਲਨ ਚੱਲਿਆ, ਉਦੋਂ ਵੀ ਘਿਰਾਓ। ਮਤਲਬ ਇਹ ਹੈ, ਠੀਕ ਹੈ, ਕਿਤੇ ਨਾ ਕਿਤੇ ਇਹ ਜੈਨੂਇਨ ਗੱਲਾਂ ਲੱਗਦੀਆਂ ਵੀ ਨੇ ਕਿਉਂਕਿ ਕਰਨੀਆਂ ਪੈਂਦੀਆਂ ਨੇ, ਮਜਬੂਰੀ। ਜਦੋਂ ਸਰਕਾਰਾਂ ਨਹੀਂ ਸੁਣਦੀਆਂ ਉਦੋਂ ਸਟੈਪ ਲੈਣਾ ਪੈਂਦਾ, ਜਿਵੇਂ ਕਿਸਾਨਾਂ ਨੂੰ ਸਟੈਪ ਲੈਣਾ ਪਿਆ।
ਕਿਤੇ ਨਾ ਕਿਤੇ ਟੈਂਕੀਆਂ ਤੇ ਚੜ ਜਾਂਦੇ ਨੇ ਨੌਜਵਾਨ, ਸਾਨੂੰ ਨੌਕਰੀ ਦਿਓ, ਜਾਂ ਸਾਡੇ ਰਿਜ਼ਲਟ ਕਿਉਂ ਨਹੀਂ ਦਿੱਤੇ, ਇੰਨੀ ਦੇਰ ਹੋ ਗਈ, ਅਪਾਇੰਟਮੈਂਟ ਲੈਟਰ ਕਿਉਂ ਨਹੀਂ ਆਇਆ, ਅਪਾਇੰਟਮੈਂਟ ਹੋ ਗਈ ਸਾਨੂੰ, ਉਸ ਤੋਂ ਬਾਅਦ ਕਿਤੇ ਜੁਆਇਨਿੰਗ ਕਿਉਂ ਨਹੀਂ ਕਰਵਾਉਂਦੇ ਪਏ। ਇਸ ਕਰਕੇ ਵੀ ਕੁਝ ਨਾ ਕੁਝ ਜਾਇਜ਼ ਵੀ ਲੱਗਦਾ ਕਿ ਕੋਈ ਸੁਣਦਾ ਨਹੀਂ ਤੇ ਟੈਂਕੀ ਦੇ ਉੱਤੇ ਚੜ ਜਾਓ, ਉੱਥੋਂ ਜਾ ਕੇ ਕੋਈ ਨਾ ਕੋਈ ਰਿਪੋਰਟ ਤੁਹਾਡੀ ਕਿਸੇ ਨਾ ਕਿਸੇ ਮੀਡੀਆ ਹਾਊਸ ਵਿੱਚ ਜਾਏਗੀ ਤਾਂ ਸਰਕਾਰ ਸੁਣੇਗੀ। ਸੋ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਕੁੱਲ ਮਿਲਾ ਕੇ ਸਥਿਤੀ ਇਹ ਬਣੀ ਹੋਈ ਹੈ ਕਿ ਇੱਧਰ ਜਿਹੜੀਆਂ ਅਸੀਂ ਦੇਖਦੇ ਹਾਂ ਰੋਜ਼ ਨਿਊਜ਼ ਆਉਂਦੀਆਂ ਨੇ, ਕਿਤੇ ਕੋਈ ਘਪਲੇ ਹੁੰਦੇ ਪਏ ਨੇ, ਮੰਤਰੀਆਂ ਨੇ ਘਪਲੇ ਕੀਤੇ, ਕਿਸੇ ਪੁਲਿਸ ਦੇ ਮਹਿਕਮੇ ਦੇ ਵਿੱਚ ਘਪਲੇ ਹੋ ਗਏ, ਕਿਸੇ ਹੋਰ ਜਿਸ ਤਰ੍ਹਾਂ ਜਿੱਥੇ ਰਜਿਸਟਰੀਆਂ ਹੁੰਦੀਆਂ ਨੇ ਮਕਾਨਾਂ ਦੀਆਂ ਉੱਥੇ ਘਪਲੇ ਹੋ ਗਏ, ਕਿਤੇ ਹੋਰ ਟਰਾਂਸਪੋਰਟ ਦੇ ਵਿੱਚ ਘਪਲੇ ਹੋ ਗਏ, ਕਿਤੇ ਕੋਈ ਠੇਕੇ ਦੇਣੇ ਸੀ ਉੱਥੇ ਘਪਲੇ ਹੋ ਗਏ, ਕੋਈ ਸਪੋਰਟਸ ਕਿੱਟ ਵੰਡਣੀਆਂ ਸੀ ਉੱਥੇ ਘਪਲੇ ਹੋ ਗਏ। ਮਤਲਬ ਜੰਗਲਾਤ ਦੇ ਮਹਿਕਮੇ ਦੇ ਘਪਲੇ ਹੋ ਗਏ। ਘਪਲਿਆਂ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈਗਾ। ਕਿਤੇ ਮਾਫੀਆ ਕੰਮ ਕਰਦਾ ਪਿਆ, ਨਜਾਇਜ਼ ਮਾਈਨਿੰਗ ਹੁੰਦੀ ਪਈ ਹੈ, ਕਿਤੇ ਡਰੱਗਸ ਹੁੰਦੀਆਂ ਪਈਆਂ ਨੇ, ਕਿਤੇ ਗੈਂਗਸਟਰਸ ਬੈਠੇ ਨੇ ਔਰ ਧਮਕੀਆਂ ਮਿਲਦੀਆਂ ਪਈਆਂ ਨੇ। ਟੋਟਲ ਮਾਹੌਲ ਦੇਖੋ ਜਿਹੜਾ ਤੁਸੀਂ ਬਣਿਆ ਹੋਇਆ, ਇੱਕ ਆਮ ਆਦਮੀ ਟਿਕੇ ਤੇ ਕਿਤੇ ਟਿਕੇ, ਔਰ ਆਮ ਆਦਮੀ ਸਰਕਾਰ ਕਹਿੰਦੀ ਹੈ ਕਿ ਅਸੀਂ ਸਭ ਕੁਝ ਹੈਂਡਲ ਕਰ ਲਵਾਂਗੇ ਪੰਜਾਬ ਦੇ ਵਿੱਚ। ਔਰ ਇਹ ਕਦੀ ਗੁਜਰਾਤ ਦੀਆਂ ਚੋਣਾਂ ਵੱਲ ਤੁਰੇ ਹੋਏ ਨੇ, ਇਹ ਕਦੀ ਹਿਮਾਚਲ ਦੀਆਂ ਚੋਣਾਂ ਵੱਲ ਤੁਰੇ ਹੋਏ ਨੇ, ਉਹਨਾਂ ਨੂੰ ਵੀ ਕੈਪਚਰ ਕਰਨਾ ਚਾਹੁੰਦੇ ਆ। ਪਰ ਪਹਿਲਾਂ ਪੰਜਾਬ ਤੇ ਸੰਭਾਲ ਲਓ, ਜਿਹਨੂੰ ਤੁਸੀਂ ਹਾਸਿਲ ਕੀਤਾ ਹੈ, ਪਬਲਿਕ ਨੇ ਤੁਹਾਨੂੰ ਦਵਾਇਆ ਹੈ, ਉਹਨੂੰ ਤਾਂ ਪੈਸਾ ਪਹਿਲਾਂ ਸਾਂਭੋ ਤੁਸੀਂ। ਬਾਕੀ ਥਾਂ 'ਤੇ ਤੁਸੀਂ ਤੁਰੇ ਫਿਰਦੇ ਹੋ, ਔਰ ਆਪਣੇ ਤੁਸੀਂ ਘਰ ਦਾ ਹਾਲ ਦੇਖੋ ਜੋ ਹੋਇਆ ਪਿਆ। ਹਰ ਥਾਂ ਦੇ ਉੱਤੇ ਤੁਸੀਂ ਦਿੱਲੀ ਮਾਡਲ ਦਿਖਾਉਂਦੇ ਪਏ ਹੋ, ਔਰ ਦਿੱਲੀ ਦੇ ਵਿੱਚ ਤੁਸੀਂ ਕਿੰਨੀ ਵੱਡੀ ਕਾਰਗੁਜ਼ਾਰੀ ਕੀਤੀ ਹੈ ਇਹ ਵੀ ਸਾਰੀ ਸਾਹਮਣੇ ਹੈਗੀ ਹੈ। ਦਿੱਲੀ ਕਿੰਨਾ ਕੁ ਏਰੀਆ ਜਿਹੜਾ ਤੁਹਾਡੇ ਕੋਲ ਹੈਗਾ, ਪੰਜਾਬ ਇੱਕ ਪੂਰੀ ਸਟੇਟ ਹੈ, ਦਿੱਲੀ ਇੱਕ ਮਿਊਨਿਸਪਲ ਕਾਰਪੋਰੇਸ਼ਨ ਜਿੰਨਾ ਏਰੀਆ ਤੁਹਾਡੇ ਕੋਲ ਹੈ। ਤੁਸੀਂ ਉਹ ਮਾਡਲ ਲੈ ਕੇ ਤੁਸੀਂ ਕਹਿੰਦੇ ਹੋ ਅਸੀਂ ਪੂਰੇ ਸੂਬੇ ਨੂੰ ਸਾਂਭ ਕੇ ਦਿਖਾਉਂਦੇ ਹਾਂ, ਔਰ ਉਸ ਤੋਂ ਬਾਅਦ ਤੁਸੀਂ ਵੱਖ-ਵੱਖ ਹੋਰ ਸੂਬਿਆਂ 'ਚ ਜਾ ਕੇ ਸਾਰੀ ਐਡਵਰਟਾਈਜ਼ਮੈਂਟ ਕਰਦੇ ਹੋ, ਉਹ ਵੀ ਪੰਜਾਬ ਦੇ ਖਜ਼ਾਨੇ ਦੇ ਸਿਰ ਦੇ ਉੱਤੇ। ਇਹ ਵੀ ਚੱਲਦਾ ਪਿਆ ਕਿ ਪੰਜਾਬ ਦਾ ਖਜ਼ਾਨਾ ਇਦਾਂ ਵੀ ਵੇਸਟ ਹੋ ਰਿਹਾ। ਸੋ ਇਹ ਟੋਟਲ ਜਿਹੜਾ ਸੀਨ ਬਣਿਆ ਹੋਇਆ, ਮਤਲਬ ਆਪੋ ਤਾਪੀ ਪਈ ਹੋਈ ਹੈ। ਔਰ ਅਸੀਂ ਆਮ ਤੌਰ ਤੇ ਦੇਖੀਏ ਨਾ, ਪਬਲਿਕ ਸਵੇਰੇ ਸੈਰ ਕਰਨ ਗਈ ਹੈ ਕਿਸੇ ਸਰਕਾਰੀ ਜਿਹੜਾ ਪਾਰਕ ਬਣਿਆ ਹੋਇਆ, ਉੱਥੇ ਜਿਹੜੀਆਂ ਕੁਰਸੀਆਂ ਲੱਗੀਆਂ ਹੋਈਆਂ, ਕਈ ਵਾਰ ਉਹ ਕੁਰਸੀਆਂ ਤੋੜ ਦੇਣਗੇ, ਉਹ ਸਰਕਾਰੀ ਮਾਲ ਹੈ ਤਾਂ ਕੀ ਹੋ ਗਿਆ। ਉਹ ਸਰਕਾਰ ਕੋਲ ਪੈਸਾ ਕਿੱਥੋਂ ਆਉਂਦਾ? ਤੁਹਾਡੇ ਕੋਲੋਂ ਇੰਨੀ ਵੀ ਐਜੂਕੇਸ਼ਨ ਨਹੀਂ ਹੈਗੀ ਕਿ ਅਸੀਂ ਆਪਣਾ ਨੁਕਸਾਨ ਕਰਦੇ ਪਏ ਹਾਂ। ਜੋ ਬਲਬ ਲੱਗੇ ਹੋਏ ਨੇ, ਲਾਈਟਾਂ ਲੱਗੀਆਂ ਹੋਈਆਂ ਨੇ, ਲਾਈਟਾਂ ਤੋੜ ਦੇਣਗੇ, ਸਰਕਾਰੀ ਮਾਲ ਹੈ। ਸਰਕਾਰ ਕੋਲ ਪੈਸਾ ਕਿੱਥੋਂ ਆਉਂਦਾ? ਸਾਡੇ ਕੋਲ ਟੈਕਸ ਲੈਂਦੀ ਹੈ ਤਾਂ ਹੀ ਪੈਸਾ ਆਉਂਦਾ। ਇੰਨੀ ਵੀ ਸੋਝੀ ਨਹੀਂ। ਇਹ ਟੋਟਲ ਜਿਹੜਾ ਕਿਓਸ ਆ, ਇਹ ਕੀ ਬਣਿਆ ਪਿਆ, ਜਿਹਨੂੰ ਆਪਾਂ ਕਹਿੰਦੇ ਆ ਇੱਕ ਨੂੰ ਕੀ ਰੋਣੀ ਹੈ, ਆਵਾ ਹੀ ਉੱਤਿਆ ਪਿਆ। ਹੁਣ ਜਿਹੜਾ ਇਹ ਆਵਾ ਉੱਤਿਆ ਪਿਆ, ਇਹਦਾ ਕਰੀਏ ਕੀ? ਪਬਲਿਕ ਐਜੂਕੇਟ ਨਹੀਂ ਹੈਗੀ, ਮਿਨਿਸਟਰ ਆਪਣੇ ਖੇਡ ਖੇਡਦੇ ਪਏ ਨੇ, ਆਫੀਸਰਸ ਆਪਣੇ ਖੇਡ ਖੇਡਦੇ ਪਏ ਨੇ। ਸੂਬੇ ਵੱਲ ਧਿਆਨ ਕਿੰਨਾ ਕੁ ਹੈਗਾ, ਲੋਕਾਂ ਵੱਲ ਧਿਆਨ ਕਿੰਨਾ ਕੁ ਹੈਗਾ, ਸਾਨੂੰ ਸਭ ਨੂੰ ਪਤਾ। ਕਰੀਏ ਤੇ ਕਰੀਏ ਕੀ? ਦੇਖੋ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਓਵਰਆਲ ਸਾਰੇ ਦੂਸਰੀ ਸਟੇਟਾਂ ਦੀ ਚੋਣਾਂ ਦੇ ਵਿੱਚ ਇਸ ਵੇਲੇ ਬਿਜ਼ੀ ਹੈਗੀ ਆ। ਇੱਕ ਗੱਲ ਤੁਸੀਂ ਮੇਰੀ ਇੱਥੇ ਨੋਟ ਡਾਊਨ ਬੇਸ਼ੱਕ ਕਰ ਲੈਣਾ ਕਿ ਇਹਨਾਂ ਨੇ ਗੁਜਰਾਤ ਦੇ ਵਿੱਚ ਵੀ ਮੈਨੂੰ ਮਹਿਸੂਸ ਹੋ ਰਿਹਾ ਕਿ ਇਹਨਾਂ ਦੇ ਹਾਲਾਤ ਪਤਲੇ ਹੋਣੇ ਆ ਤੇ ਫਿਰ ਇਹਨਾਂ ਨੇ ਉੱਥੋਂ ਵੀ ਭੱਜਣਾ। ਇਹਨਾਂ ਨੇ ਹਿਮਾਚਲ ਤੋਂ ਵੀ ਫਿਰ ਭੱਜਣਾ। ਔਰ ਤੁਸੀਂ ਦੇਖ ਲੈਣਾ ਕਿ ਇਹਦੇ ਵਿੱਚ ਜਿਹੜਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਵਿੱਚ ਪੈਸਾ ਲੱਗਾ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਸਟੇਟ ਐਕਸਚੇਕਰ ਦਾ, ਪਬਲਿਕ ਐਕਸਚੇਕਰ ਦਾ ਪੈਸਾ ਲੱਗਾ, ਆਵਾਮ ਦਾ ਪੈਸਾ ਲੱਗਾ। ਪਰ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈਣਾ, ਪ੍ਰਧਾਨ ਮੰਤਰੀ ਬਣਨ ਦੇ ਖਾਬ ਬਣਾ ਲਏ ਆ। ਪਰ ਔਨ ਗਰਾਊਂਡ ਜਿਹੜੀ ਸਿਚੁਏਸ਼ਨ ਇਸ ਦੇ ਉਲਟ ਵੀ ਹੈਗੀ ਆ। ਔਰ ਪੰਜਾਬ ਦੇ ਵਿੱਚ ਇਹਨੂੰ ਅਬੈਂਡਨ ਕਰਕੇ ਰੱਖ ਦਿੱਤਾ। ਇਹਨਾਂ ਨੇ ਮੁਹੱਲਾ ਕਲੀਨਿਕ ਦੀ ਗੱਲ ਕੀਤੀ, ਅਸੀਂ ਜੀ ਮੁਹੱਲਾ ਕਲੀਨਿਕ ਖੋਲ੍ਹਣੇ ਆ। ਉਹ ਮੁਹੱਲਾ ਕਲੀਨਿਕ ਨਹੀਂ, ਉਹ ਇਹਨਾਂ ਦੇ ਵਿਧਾਨ ਸਭਾ ਹਲਕਿਆਂ ਦੇ ਕਲੀਨਿਕ ਹੋ ਸਕਦੇ ਆ। ਮੁਹੱਲਾ ਕਲੀਨਿਕ ਉਹਨੂੰ ਕਿਹਾ ਹੀ ਨਹੀਂ ਜਾ ਸਕਦਾ। ਇੱਕ ਹਲਕੇ ਦੇ ਵਿੱਚ 1 ਜਾਂ 2 ਖੋਲ੍ਹੇ, ਮੁਹੱਲੇ ਦੇ ਕਿੰਨੇ ਸਾਰੇ ਆ ਪੰਜਾਬ ਦੇ ਵਿੱਚ। ਪਰ ਜਦੋਂ ਕਿ ਪੰਜਾਬ ਦਾ ਹੈਲਥ ਇਨਫਰਾਸਟਰਕਚਰ ਜਿਹੜਾ ਹੈ ਉਹ ਬਹੁਤ ਵੱਡਾ ਹੈਗਾ। ਇਹਦੇ ਵਿੱਚ ਸਰਕਾਰੀ ਡਿਸਪੈਂਸਰੀਜ਼ ਕਈ ਲੰਮੇ ਸਮੇਂ ਦਹਾਕਿਆਂ ਤੋਂ ਚੱਲ ਰਹੀਆਂ ਹੈਗੀਆਂ। ਅੱਜ ਪੰਜਾਬ ਦੇ ਵਿੱਚ ਜੇ ਮੁਹੱਲਾ ਕਲੀਨਿਕ ਦੇ ਵਿੱਚ ਉਸ ਤਰ੍ਹਾਂ ਦਾ ਇਲਾਜ ਨਹੀਂ ਹੋ ਰਿਹਾ ਤੇ ਜਿਹੜੀਆਂ ਪਬਲਿਕ ਡਿਸਪੈਂਸਰੀਜ਼ ਹੈਗੀਆਂ ਉਹਦੇ ਵਿੱਚ ਬੰਦ ਹੋ ਗਈਆਂ, ਲੋਕਾਂ ਨੂੰ ਫਿਰ ਦਵਾਈ ਨਹੀਂ ਮਿਲਦੀ। ਪਿੰਡਾਂ ਦੇ ਵਿੱਚ ਜਿੱਥੇ ਮੁਹੱਲਾ ਕਲੀਨਿਕ ਨਹੀਂ ਹੈਗਾ, ਉਹ ਕਹਿੰਦੇ ਆ ਫਿਰ ਜਾ ਕੇ ਜੀ ਮੁਹੱਲਾ ਕਲੀਨਿਕ ਖੁੱਲ੍ਹ ਗਏ ਉੱਥੋਂ ਜਾ ਕੇ ਲੈ ਲਓ। ਫਿਰ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਇਹ ਗਵਰਨਮੈਂਟ ਹਾਸਪਿਟਲਸ ਦੀ ਗੱਲ ਕਰਦੇ ਆ, ਇਹਨਾਂ ਨੂੰ ਅੱਛਾ ਬਣਾਵਾਂਗੇ। ਇੱਕ ਮਿਨਿਸਟਰ ਜਿਹੜਾ ਉਹ ਵਾਈਸ ਚਾਂਸਲਰ ਨਾਲ ਝਗੜਦਾ ਹੈ, ਗੱਦਿਆਂ ਦੀ ਗੱਲਾਂ ਹੁੰਦੀਆਂ, ਫਿਰ ਹੋਰ ਬਹੁਤ ਵੱਡੀਆਂ-ਵੱਡੀਆਂ ਗੱਪਾਂ ਗੱਲਾਂ ਇਹ ਮਾਰਦੇ ਆ। ਤੇ ਕੀ ਉਹਨਾਂ ਗੱਲਾਂ ਤੋਂ ਬਾਅਦ ਅੱਜ ਉਹਨਾਂ ਸਿਸਟਮ ਦੇ ਹਾਲਾਤ ਜਿਹੜੇ ਸੁਧਰ ਗਏ? ਕੀ ਆਮ ਲੋਕਾਂ ਨੂੰ ਓਨਾ ਸਸਤਾ ਇਲਾਜ, ਓਨਾ ਜਿਹੜਾ ਇਹਦੇ ਵਿੱਚ ਨੈਕਸਸ ਚੱਲਦਾ ਕੰਪਨੀਜ਼ ਦਾ, ਮੈਡੀਕਲ ਪ੍ਰੋਫੈਸ਼ਨਲਜ਼ ਦਾ, ਔਰ ਜਿਹੜੀਆਂ ਵੱਡੀਆਂ ਕੰਪਨੀਆਂ ਇਹਨਾਂ ਨੂੰ ਪੈਸਾ ਦੇ ਕੇ ਦਵਾਈਆਂ ਲਿਖਵਾਉਂਦੀਆਂ, ਕੀ ਉਹਨਾਂ ਦੇ ਨੈਕਸਸ ਖਤਮ ਹੋ ਗਏ? ਤੁਸੀਂ ਇਹ ਦੇਖੋ ਕਿ ਜਿਹੜੀ ਆਯੁਸ਼ਮਾਨ ਯੋਜਨਾ ਉਹ ਵੀ ਪੰਜਾਬ ਦੇ ਵਿੱਚ ਉਸ ਲੈਵਲ ਦੇ ਉੱਤੇ ਨਹੀਂ ਚੱਲ ਰਹੀ ਹੈਗੀ ਇਸ ਵੇਲੇ, ਕਿਉਂਕਿ ਇਹਨਾਂ ਨੇ ਮੁਹੱਲਾ ਕਲੀਨਿਕ ਦੀ ਰੱਟ ਲਗਾਈ ਰੱਖੀ। ਇਹਨਾਂ ਨੇ ਜਿਹੜਾ ਪਬਲਿਕ ਡਿਸਪੈਂਸਰੀ ਸੀਗੀਆਂ ਉਹਨਾਂ ਨੂੰ ਨਿਸਤੋੜ ਨਾਬੂਦ ਕਰ ਦਿੱਤਾ, ਮਿੱਟੀ 'ਚ ਮਿਲਾ ਕੇ ਰੱਖ ਦਿੱਤਾ, ਹੋਰ ਸਾਰੇ ਹੈਲਥ ਇਨਫਰਾਸਟਰਕਚਰ ਨੂੰ ਮਿੱਟੀ 'ਚ ਮਿਲਾ ਕੇ ਰੱਖ ਦਿੱਤਾ। ਪਰ ਇਹਨਾਂ ਨੇ ਦਿੱਲੀ ਦੇ ਉਸ ਮਾਡਲ ਨੂੰ ਸਹੀ ਸਾਬਤ ਕਰਨ ਵਾਸਤੇ, ਸੱਚਾ ਔਰ ਵਧੀਆ ਸਾਬਤ ਕਰਨ ਵਾਸਤੇ ਪੰਜਾਬ 'ਚ ਲਾਜ਼ਮੀ
ਔਰ ਧੱਕੇ ਦੇ ਨਾਲ ਮੁਹੱਲਾ ਕਲੀਨਿਕ ਵਾਲਾ ਇੱਕ ਫਾਰਮੂਲਾ ਪੰਜਾਬ ਦੇ ਵਿੱਚ ਫਾਰਮੈਟ ਲੈ ਕੇ ਆਇਆ, ਜਿਹੜਾ ਉਹਨਾਂ ਸਕਸੈਸਫੁਲ ਗਰਾਊਂਡ ਲੈਵਲ ਤੇ ਨਹੀਂ ਹੈਗਾ। ਬੇਸ਼ੱਕ ਬੜੀਆਂ ਅਖਬਾਰੀ ਗੱਲਾਂ ਕਰਦੇ ਹੋਣ ਔਰ ਵੱਡੇ ਇਸ਼ਤਿਹਾਰ ਦੇ ਨੇ। ਤੁਸੀਂ ਦੇਖੋ ਰੋਜ਼ ਦੇ ਰੋਜ਼ ਵੱਡੇ-ਵੱਡੇ ਪੇਜਿਸ ਇਹਨਾਂ ਦੇ ਐਡਵਰਟਾਈਜ਼ਮੈਂਟਸ ਤੇ ਆ ਰਹੇ ਆ। ਉਹਨਾਂ ਸਟੇਟਾਂ ਦੇ ਵਿੱਚ ਵੀ ਜਾ ਰਹੇ ਜਿੱਥੇ ਤੇ ਲੋਕ ਪੰਜਾਬੀ ਵੀ ਨਹੀਂ ਪੜ੍ਹਦੇ, ਹਿੰਦੀ ਵੀ ਨਹੀਂ ਪੜ੍ਹਦੇ ਤੇ ਬਹੁਤ ਤਾਦਾਦ ਦੇ ਵਿੱਚ ਅੰਗਰੇਜ਼ੀ ਵੀ ਨਹੀਂ ਪੜ੍ਹਦੇ ਤੇ ਉਹਨਾਂ ਕਰਨਾਟਕਾ ਵਰਗੀਆਂ ਸਟੇਟਸ ਦੇ ਵਿੱਚ ਜਾ ਕੇ ਇਸ਼ਤਿਹਾਰ ਦੇ ਰਹੇ ਨੇ। ਪੰਜਾਬ ਦੇ ਵਿੱਚ ਅਸੀਂ ਆਹ ਕਰਤਾ, ਆਹ ਖਾਤਮਾ ਕਰਤਾ। ਇਹਨਾਂ ਦੇ ਕਹਿਣ ਦੇ ਮੁਤਾਬਕ ਪੰਜਾਬ ਦੇ ਵਿੱਚ ਅੱਜ ਕਰਪਸ਼ਨ ਵੀ ਨਹੀਂ ਹੈ। ਇਹਨਾਂ ਦੇ ਕਹਿਣ ਦੇ ਮੁਤਾਬਕ ਪੰਜਾਬ ਦੇ ਵਿੱਚ ਅੱਜ ਲਾਅ ਐਂਡ ਆਰਡਰ ਬਹੁਤ ਵਧੀਆ ਹੈ। ਕੋਈ ਇੱਥੇ ਏਦਾਂ ਦੇ ਮਾੜੇ ਹਾਲਾਤ ਪੈਦਾ ਨਹੀਂ ਹੋ ਰਹੇ। ਇਹਨਾਂ ਦੇ ਕਹਿਣ ਦੇ ਮੁਤਾਬਕ ਵਿਦੇਸ਼ੀ ਲੋਕ ਇੱਥੇ ਨੌਕਰੀਆਂ ਕਰਨ ਆ ਰਹੇ ਆ। ਪੰਜਾਬ ਦੇ ਜਿਹੜਾ ਬ੍ਰੇਨ ਡਰੇਨ ਨਹੀਂ ਹੋ ਰਹੀ, ਨਵਾਂ ਯੂਥ ਜਿਹੜਾ ਉਹ ਬਾਹਰ ਨਹੀਂ ਜਾ ਰਿਹਾ ਇਹਨਾਂ ਦੇ ਕਹਿਣ ਦੇ ਮੁਤਾਬਕ। ਸਰਾਸਰ ਇਹ ਸਾਰੇ ਝੂਠ ਜਿਹੜੇ ਆ, ਪੁਲੰਦਾ ਉਹਦਾ ਇਕੱਠਾ ਕਰਕੇ ਜੋ ਪੋਲੀਟੀਕਲ ਟੈਕਟਿਕਸ ਹੁੰਦੇ ਆ, ਜੋ ਰਣਨੀਤੀਆਂ ਹੁੰਦੀਆਂ, ਉਹ ਇਹ ਪਾਰਟੀਆਂ ਵੀ ਹੁਣ ਫਿਰ ਉਹੀ ਚਾਲਾਂ ਦੇ ਉੱਪਰ ਚੱਲ ਪਈਆਂ। ਜਿਹੜੇ ਭਗਵੰਤ ਮਾਨ ਔਰ ਜਿਹੜੀ ਆਮ ਆਦਮੀ ਪਾਰਟੀ ਮਰੂਸੀ ਸਿਆਸਤ ਜਿਹੜਾ ਉਹ ਕਹਿੰਦੇ ਸੀ ਕਿ ਇੱਕ ਡਾਇਨੈਸਟੀ ਸਿਆਸਤ ਜਿਹੜੀ ਪਰਿਵਾਰਵਾਦੀ ਸਿਆਸਤ ਆ, ਉਹ ਤੋਂ ਅਸੀਂ ਦੂਰ ਰਵਾਂਗੇ। ਤੁਸੀਂ ਦੇਖ ਲਓ ਕਿ ਜੇ ਇਹ ਕਹਿੰਦੇ ਸੀ ਜੀ ਬਾਦਲ ਫੈਮਿਲੀ ਆ ਜੀ, ਉਹਨਾਂ ਦੇ ਫਲਾਣਾ ਪਰਿਵਾਰ ਦੇ ਵਿੱਚ ਹੈ, ਕੈਪਟਨ ਫਲਾਣਾ ਪਰਿਵਾਰ ਦੇ ਵਿੱਚ, ਅੱਜ ਭਗਵੰਤ ਸਿੰਘ ਮਾਨ ਉਹਨਾਂ ਦੇ ਜਿਹੜੇ ਧਰਮ ਪਤਨੀ ਹੈ, ਉਹ ਕਈ ਗਵਰਨਮੈਂਟ ਦੇ ਫੰਕਸ਼ਨਸ ਨੂੰ ਅਟੈਂਡ ਕਰਦੇ। ਉਹਨਾਂ ਦੇ ਤੁਸੀਂ ਪੇਜਿਸ ਚੱਕ ਕੇ ਦੇਖ ਲਓ, ਗਵਰਨਮੈਂਟ ਸਟੈਂਪਸ ਉੱਤੇ ਲੋਗੋਸ ਲੱਗੇ ਹੁੰਦੇ ਆ। ਉਹਨਾਂ ਕੋਲ ਕੀ ਅਧਿਕਾਰ ਹੈ ਗਵਰਨਮੈਂਟ ਦੇ ਲੋਗੋਸ ਦਾ ਇਸਤੇਮਾਲ ਕਰਨ ਦਾ? ਉਹਨਾਂ ਕੋਲ ਕੀ ਅਧਿਕਾਰ ਹੈ ਇਹ ਗੱਲ ਪੁੱਛਣ ਦਾ ਕਿ ਦੱਸੋ 117 ਹਲਕਿਆਂ ਦੇ ਵਿੱਚ ਕਿਹੜੇ-ਕਿਹੜੇ ਐਮਐਲਏ ਚੰਗੀ ਕਾਰਜਕਾਰੀ ਕਰ ਰਹੇ ਆ? ਇੱਕ ਮੁੱਖ ਮੰਤਰੀ ਦੀ ਪਤਨੀ ਕੋਲ ਕਿਸ ਤਰ੍ਹਾਂ ਇਹ ਅਧਿਕਾਰ ਆ ਜਾਂਦੇ? ਉਹਨਾਂ ਕੋਲ ਇਹੋ ਜਿਹੀ ਕਿਹੜੀ ਸਰਕਾਰੀ ਪੋਸਟ ਹੈਗੀ ਆ, ਸਰਕਾਰ ਦਾ ਇੱਕ ਸਿਸਟਮ ਹੈਗਾ ਜਿਹਦੇ ਤਹਿਤ ਉਹ ਕਰ ਰਹੇ ਆ, ਪ੍ਰੋਸੀਜਰਸ ਦੇ ਵਿੱਚ ਲੱਗੇ ਆ। ਉਹਨਾਂ ਦੇ ਭੈਣ ਆਪਣੇ ਸਿਸਟਮ ਦੇ ਵਿੱਚ ਲੱਗੇ ਆ ਤੇ ਫਿਰ ਇਹ ਮਰੂਸੀ ਸਿਆਸਤ ਨਾ ਹੋਈ, ਪਰਿਵਾਰਵਾਦ ਫਿਰ ਇਹਨਾਂ ਨੇ ਆਪਣਾ ਹੀ ਪੈਦਾ ਨਾ ਕਰ ਲਿਆ। ਫਿਰ ਔਰ ਜੇ ਦੇਖੋ ਇਹਨਾਂ ਨੇ ਸਪੈਸ਼ਲ ਜਿਹੜੀਆਂ ਇੱਕ ਪੋਸਟ ਲਗਭਗ 23 ਪੋਸਟਾਂ ਜਿਹੜੀਆਂ ਕਿ ਅਸੀਂ ਵੱਖ-ਵੱਖ ਪੰਜਾਬ ਦੇ ਵਿੱਚ ਇੱਕ ਆਫੀਸਰਸ ਅਪਾਇੰਟ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਦੀ ਸਥਿਤੀ ਜਿਹੜੇ ਤੋਂ ਸਾਨੂੰ ਜਾਣੂ ਕਰਾਉਣਗੇ। ਇਹ ਦੱਸੋ ਸੰਜੀਵ ਜੀ ਕਿ ਜੇ ਲੋਕਾਂ ਨੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਵੋਟਾਂ ਪਾ ਕੇ ਲੋਕਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ, ਕੀ ਉਹ ਐਮਐਲਏ ਨਾ ਤੁਹਾਡੀ ਸਰਕਾਰ ਦੇ ਵਿੱਚ ਆ ਕੇ ਤੁਹਾਨੂੰ ਦੱਸਣਗੇ ਕਿ ਹਲਕੇ ਵਿੱਚ ਕੀ ਚੰਗਾ ਔਰ ਕੀ ਮਾੜਾ, ਕੀ ਘੱਟ ਔਰ ਕੀ ਵੱਧ ਹੋ ਰਿਹਾ? ਤੁਹਾਨੂੰ ਏਦਾਂ ਦੇ ਫੀਲਡ ਆਫੀਸਰਸ ਅਪਾਇੰਟ ਕਰਨ ਦੀ ਕੀ ਜ਼ਰੂਰਤ ਪੈ ਗਈ? ਸੋ ਇੱਥੋਂ ਸਮਝ ਆਉਂਦਾ ਕਿ ਇਹ ਸਾਰੇ ਰਾਜਨੀਤੀ ਦੇ ਪੈਂਤੜੇ ਅਪਣਾਏ ਜਾ ਰਹੇ ਆ। ਹਰ ਚੀਜ਼ ਨੂੰ ਪਾਵਰ ਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ। ਜੇ ਲੋਕੀ ਕਹਿੰਦੇ ਸੀ ਖੁਦ ਮੁਖਤਿਆਰੀ ਦੀ ਗੱਲ ਹੈ, ਪੰਜਾਬ ਦੇ ਵਿੱਚ ਏਦਾਂ ਦੀ ਕੋਈ ਵੀ ਨਜ਼ਰ ਨਹੀਂ ਆ ਰਹੀ। ਹਰ ਚੀਜ਼ ਸੈਂਟਰਲਾਈਜ਼ ਹੋ ਰਹੀ ਹੈ। ਹਰ ਚੀਜ਼ ਦਿੱਲੀ ਦੇ ਇਸ਼ਾਰੇ ਤੋਂ ਚੱਲ ਰਹੀ ਆ। ਕਿਹਨੂੰ ਮੰਤਰੀ ਬਣਾਉਣਾ, ਕਿਹਨੂੰ ਨਹੀਂ ਬਣਾਉਣਾ। ਤੁਸੀਂ ਦੇਖੋ ਕਈ ਏਦਾਂ ਦੇ ਬੰਦੇ ਜਿਹੜੇ ਡਿਜ਼ਰਵ ਨਹੀਂ ਕਰਦੇ, ਉਹਨੇ ਪੜ੍ਹੇ ਲਿਖੇ ਨਹੀਂ, ਉਹਨਾਂ ਲੋਕਾਂ ਨੂੰ ਮੰਤਰੀ ਬਣਾਇਆ। ਔਰ ਜਿਹੜੇ ਕਈ ਇਹਨਾਂ ਦੀ ਸਰਕਾਰ ਦੇ ਵਿੱਚ ਆਈਪੀਐਸ ਫਾਰਮਰ ਆਈਪੀਐਸ ਅਧਿਕਾਰੀ ਨੇ, ਵੱਡੇ-ਵੱਡੇ ਅਧਿਕਾਰੀ ਨੇ, ਅੱਛੇ-ਅੱਛੇ ਪੜ੍ਹੇ ਲਿਖੇ ਲੋਕ ਆ, ਉਹਨਾਂ ਨੂੰ ਮਿਨਿਸਟਰ ਨਹੀਂ ਬਣਾਇਆ। ਤੁਸੀਂ ਸਮਝ ਸਕਦੇ ਹੋ ਫਿਰ ਇਹਨਾਂ ਦੀ ਆਪ ਦੀ ਸੋਚ ਕੀ ਹੋਊਗੀ। ਇਹ ਰਾਜਨੀਤਿਕ ਲੋਕ ਸੰਜੀਵ ਜੀ ਜਿਹਨੂੰ ਵੀ ਮਾਰਦੇ ਆ, ਗਲੇ ਲਾ ਕੇ ਮਾਰਦੇ ਆ। ਸੋ ਇੱਥੋਂ ਸਮਝਣ ਵਾਲੀ ਗੱਲ ਇਹ ਆ ਕਿ ਪੰਜਾਬ ਵਾਕਈ ਅਬੈਂਡਨ ਕਰਕੇ ਰੱਖ ਦਿੱਤਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਬਾਹਰਲੀਆਂ ਸਟੇਟਾਂ ਦੇ ਵਿੱਚ ਮੂਵ ਕਰ ਰਹੇ ਆ, ਗੁਜਰਾਤ ਜਾ ਰਹੇ ਆ, ਚਾਰਟਰ ਪਲੇਨਸ ਕਰਕੇ ਜਾ ਰਹੇ ਨੇ। ਉੱਥੇ ਪੰਜਾਬ ਦਾ ਐਕਸਚੇਕਰ ਖਜ਼ਾਨਾ ਉਹਨੂੰ ਭਾਰੀ ਚੋਟ ਪਹੁੰਚਾ ਰਹੇ ਨੇ। ਹਿਮਾਚਲ ਦੇ ਵਿੱਚ ਪ੍ਰਚਾਰ ਕਰ ਰਹੇ ਨੇ। ਪੰਜਾਬ ਨੂੰ ਇਸ ਵੇਲੇ ਲਵਾਰਸ ਹਾਲਾਤਾਂ ਦੇ ਵਿੱਚ ਛੱਡਿਆ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬੜੀ ਮਾੜੀ ਸਥਿਤੀ ਦੇ ਵਿੱਚ ਹੈਗਾ। ਆਏ ਦਿਨ ਇੱਥੇ ਮਰਡਰ ਹੋ ਰਿਹਾ। ਆਏ ਦਿਨ ਇੱਥੇ ਹਰ ਤਰ੍ਹਾਂ ਦਾ ਮਾਫੀਆ, ਲੈਂਡ ਮਾਫੀਆ, ਸੈਂਡ ਮਾਫੀਆ, ਕੋਈ ਮਾਫੀਆ ਤੁਸੀਂ ਕਾਊਂਟ ਕਰ ਲਓ, ਉਹ ਵੱਡੇ ਲੈਵਲ ਦੇ ਉੱਪਰ ਪਨਪ ਰਿਹਾ ਹੈਗਾ। ਜਿਹੜੇ ਗੈਰ ਕਾਨੂੰਨੀ ਕੰਮ ਪਹਿਲਾਂ ਘੱਟ ਪੈਸਿਆਂ 'ਚ ਹੁੰਦੇ ਸੀ, ਅੱਜ ਉਹ ਡਬਲ ਪੈਸਿਆਂ 'ਚ ਹੋ ਰਹੇ ਆ। ਬਸ ਇੰਨੀ ਗੱਲ ਹੋਈ ਹੈ ਸਰਕਾਰ ਦੇ ਵਿੱਚ ਕਿ ਪੈਸੇ ਜਿੱਥੇ ਕੋਈ ਫਰਸੇ 1 ਰੁਪਇਆ ਖਰਚ ਕਰਦਾ ਸੀ ਗਲਤ ਕੰਮ ਲਈ, ਅੱਜ 2 ਜਾਂ 5 ਖਰਚ ਕੇ ਕਰਾ ਦਿੰਦਾ। ਐਗਜ਼ੈਕਟਲੀ। ਔਰ ਤੁਸੀਂ ਦੇਖੋ ਜਦੋਂ ਅਸੀਂ ਇਹ ਸਾਰੀ ਗੱਲਬਾਤ ਕਰ ਰਹੇ ਹਾਂ, ਐਕਸਪਰਟਸ ਜਿਹੜੀ ਆਪਾਂ ਗੱਲ ਦੇ ਵਿੱਚ ਇੱਕ ਤੁਸੀਂ ਨੁਕਤਾ ਕੱਢਿਆ ਹੈ, ਪ੍ਰਾਈਮ ਮਿਨਿਸਟਰ ਬਣਨ ਦੀ ਦੌੜ ਦੇ ਵਿੱਚ ਸ਼ਾਮਿਲ ਹੋਣਾ। ਕਈ ਐਕਸਪਰਟ ਇਹ ਮੰਨਦੇ ਨੇ ਕਿ ਸਾਲ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਇਲੈਕਸ਼ਨਸ ਹੋਣੀਆਂ ਨੇ, ਉਹਦੇ ਵਿੱਚ ਇਹ ਤਿਆਰੀ ਕਰ ਰਹੀ ਹੈ ਆਮ ਆਦਮੀ ਪਾਰਟੀ ਔਰ ਪੂਰਾ ਜ਼ੋਰ ਲਗਾ ਰਹੀ ਹੈ ਕਿ ਕੇਜਰੀਵਾਲ ਜੀ ਭਾਰਤ ਦੇ ਪ੍ਰਧਾਨ ਮੰਤਰੀ ਬਣ ਜਾਣ। ਐਕਸਪਰਟਸ ਇਹ ਮੰਨਦੇ ਨੇ ਕਿ ਇਹ ਇੱਦਾਂ ਦੀ ਦੌੜ ਦੇ ਵਿੱਚ ਸ਼ਾਮਿਲ ਨੇ। ਪਤਾ ਨਹੀਂ ਇਹ ਨਤੀਜੇ ਕੀ ਆਉਣਗੇ ਔਰ ਇਹਦਾ ਕੀ ਰਿਜ਼ਲਟ ਸਾਰਾ ਸਾਹਮਣੇ ਆਉਣਾ ਹੈ, ਪਰ ਇਹ ਜਿਹੜੀ ਇਹ ਦੌੜ ਹੈ ਇਹ ਕਿਤੇ ਨਾ ਕਿਤੇ ਪੰਜਾਬ ਦੇ ਉੱਤੇ ਭਾਰੂ ਪੈ ਰਹੀ ਹੈ। ਇਹ ਅਸੀਂ ਸਾਰੇ ਸਮਝ ਸਕਦੇ ਹਾਂ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ। ਹੁਣ ਗੱਲ ਇੱਥੋਂ ਇਹ ਨਿਕਲਦੀ ਆ ਕਿ ਲੋਕ ਕਿਵੇਂ ਐਜੂਕੇਟ ਹੋਣ। ਮੈਂ ਕਈ ਵਾਰ ਸਮਝਦਾ ਕਿ ਅੰਗਰੇਜ਼ਾਂ ਦੀ ਪਾਲਿਸੀ ਸੀ ਡਿਵਾਈਡ ਐਂਡ ਰੂਲ, ਤੇ ਇੱਥੇ ਜਿਹੜੇ ਭਾਰਤ ਦੇ ਆਮ ਤੌਰ ਤੇ ਜਿਹੜੇ ਵੱਡੇ ਰਾਜਨੀਤੀ ਖੇਡਣ ਵਾਲੇ ਨੇ, ਉਹਨਾਂ ਦੀ ਵੀ ਪਾਲਿਸੀ ਇਹੀ ਲੱਗਦੀ ਹੈ, ਡਿਵਾਈਡ ਐਂਡ ਰੂਲ। ਇੱਕ ਚੀਜ਼ ਹੋਰ ਨਾਲ ਜੋੜ ਦਿੱਤੀ, ਐਂਡ ਕੀਪ them illiterate।
ਉਹਨਾਂ ਨੂੰ ਐਜੂਕੇਟ ਨਾ ਹੋਣ ਦਿਓ, ਉਹਨਾਂ ਨੂੰ ਸਮਝਦਾਰ ਨਾ ਹੋਣ ਦਿਓ, ਤਾਂ ਕਿ ਉਹ ਤੁਹਾਡੀਆਂ ਚਾਲਾਂ ਨਾ ਸਮਝ ਲੈਣ, ਤੁਹਾਡੀਆਂ ਚਲਾਕੀਆਂ ਨਾ ਸਮਝ ਲੈਣ। ਇਸ ਕਰਕੇ ਪਬਲਿਕ ਨੂੰ ਐਜੂਕੇਟ ਨਹੀਂ ਹੋਣ ਦੇਣਾ, ਕਿਤੇ ਨਾ ਕਿਤੇ ਭਰਮਾ ਕੇ ਰੱਖਣਾ ਹੈ। ਮੀਡੀਆ ਆਪਣਾ ਕੰਮ ਕਰਦਾ ਪਿਆ, ਜਿਹੜੇ ਵੱਡੇ ਵੱਡੇ ਚੈਨਲਸ ਨੇ ਸੱਚਾਈ ਬਾਹਰ ਨਹੀਂ ਆਉਣ ਦਿੰਦੇ, ਪ੍ਰੋਪੇਗੈਂਡਾ ਚੱਲਦਾ, ਕਿਸੇ ਨਾ ਕਿਸੇ ਏਜੰਡੇ ਦੇ ਤਹਿਤ ਕੰਮ ਕਰਦੇ ਨੇ। ਠੀਕ ਉਸੇ ਤਰ੍ਹਾਂ ਕਈ ਪ੍ਰਿੰਟਿੰਗ ਜਿਹੜੇ ਮੀਡੀਆ ਵਾਲੇ ਨੇ ਉਹ ਵੀ ਇੱਦਾਂ ਹੀ ਚੱਲਦੇ ਨੇ। ਕਈ ਥਾਂ ਦੇ ਉੱਤੇ ਜੋ ਸੱਚ ਬੋਲਣ ਵਾਲੇ ਨੇ ਉਹ ਬੈਠੇ ਨੇ, ਪਰ ਫਿਰ ਉਹਨਾਂ ਦੀ ਆਵਾਜ਼ ਕਿਵੇਂ ਦਬਾਉਣੀ ਹੈ ਕਾਨੂੰਨੀ ਤੌਰ ਤੇ, ਉਹ ਵੀ ਸਾਰੇ ਦਾਅ ਖੇਡੇ ਜਾਂਦੇ ਨੇ, ਉਹ ਵੀ ਪੈਂਤੜੇ ਖੇਡੇ ਜਾਂਦੇ ਨੇ, ਔਰ ਉਹਨਾਂ ਦੀ ਆਵਾਜ਼ ਨੂੰ ਵੀ, ਸੱਚ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਸ ਸਾਰੇ ਮਾਹੌਲ ਦੇ ਵਿੱਚ ਪਬਲਿਕ ਆਪਣੇ ਆਪ ਨੂੰ ਕਿਵੇਂ ਐਜੂਕੇਟ ਕਰੇ ਤਾਂ ਕਿ ਇਹ ਕੋਝੀਆਂ ਚਾਲਾਂ ਸਮਝ ਸਕਣ, ਰਾਜਨੀਤੀ ਖੇਡਣ ਵਾਲਿਆਂ ਦੀਆਂ ਕੋਝੀਆਂ ਚਾਲਾਂ ਨੂੰ। ਤੇ ਇਹਨਾਂ ਦੇ ਨਾਲ ਜਿਹੜੇ ਆਫੀਸਰ ਸਹਿਬਾਨ ਵੀ ਰਲੇ ਹੋਏ ਨੇ, ਤੇ ਜਿਹੜੇ ਮੀਡੀਆ ਹਾਊਸਿਸ ਵੀ ਰਲੇ ਹੋਏ ਨੇ, ਤੇ ਜਿਹੜੇ ਬਿਜ਼ਨਸਮੈਨ ਵੀ ਰਲੇ ਹੋਏ ਨੇ, ਔਰ ਆਪਣੇ ਨਾਲੇ ਮਾਫੀਆ ਨੂੰ ਵੀ ਮਿਲਾ ਕੇ ਚੱਲਦੇ ਨੇ, ਗੈਂਗਸਟਰਸ ਨੂੰ ਵੀ ਮਿਲਾ ਕੇ ਚੱਲਦੇ ਨੇ। ਇਹ ਜਿਹੜੀ ਪੂਰੀ ਡੀਪ ਸਟੇਟ ਕੰਮ ਕਰਦੀ ਆ ਪੂਰੇ ਸੂਬੇ ਨੂੰ ਚਲਾਉਣ ਵਾਸਤੇ, ਦੇਸ਼ ਨੂੰ ਚਲਾਉਣ ਵਾਸਤੇ, ਇਹਨਾਂ ਦੀਆਂ ਕੋਝੀਆਂ ਚਾਲਾਂ ਨੂੰ ਪਬਲਿਕ ਕਿਵੇਂ ਸਮਝੇ, ਕਿਵੇਂ ਆਪਣੇ ਆਪ ਨੂੰ ਐਜੂਕੇਟ ਕਰੇ। ਇਹ ਮੇਰਾ ਲਾਸਟ ਟੇਕ ਹੋਏਗਾ ਤੁਹਾਡੇ ਵੱਲੋਂ। ਦੇਖੋ ਸੰਜੀਵ ਜੀ, ਸਾਡਾ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆ ਉਹਦੇ ਵਿੱਚ ਇੱਕ ਬੜਾ ਇੰਪੋਰਟੈਂਟ ਇੱਕ ਚੀਜ਼ ਦਰਜ ਕੀਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਯੂ ਹੈਵ ਟੂ ਕੀਪ ਸਾਇੰਟਿਫਿਕ ਟੈਂਪਰਾਮੈਂਟ, ਕਿ ਇੱਕ ਵਿਗਿਆਨਿਕ ਸੋਚ ਆਪਣੇ ਅੰਦਰ ਰੱਖਣੀ ਆ, ਸਵਾਲ ਕਰਨ ਦਾ ਮਾਦਾ ਰੱਖਣਾ, ਹਰ ਚੀਜ਼ ਨੂੰ ਜਾਂਚਣਾ, ਘੋਖਣਾ, ਪਰਖਣਾ। ਸਭ ਤੋਂ ਪਹਿਲਾਂ ਇਹਦਾ ਭਾਵ ਇਹੀ ਹੈ ਕਿ ਜਦੋਂ ਕੋਈ ਵਤੀਰਾ ਵਾਪਰਦਾ, ਕੋਈ ਲੀਡਰ ਕੋਈ ਗੱਲ ਕਰਦੇ ਆ, ਤੁਸੀਂ ਆਪਣੇ ਦਿਮਾਗ ਦੇ ਨਾਲ ਸੋਚੋ ਕਿ ਜੇ ਕੋਈ ਸੜਕ ਬਣ ਰਹੀ ਆ, ਉਹਦੇ ਪਹਿਲੀ ਚੀਜ਼ ਆਮ ਸਧਾਰਨ ਬੰਦਾ ਵੀ ਇਹ ਸੋਚ ਸਕਦਾ ਕਿ ਕੀ ਜਦੋਂ ਸੜਕ ਬਣ ਰਹੀ ਹੈ, ਕੀ ਇਹ ਵੈਦਰ ਦੇ ਅਨੁਕੂਲ ਬਣ ਰਹੀ ਹੈ? ਕਿਤੇ ਠੰਡ ਦੇ ਵਿੱਚ, ਸਰਦੀਆਂ ਦੇ ਵਿੱਚ ਸੜਕਾਂ ਤਾਂ ਨਹੀਂ ਬਣਾ ਰਹੇ, ਕਿਉਂਕਿ ਲੁੱਕ ਜਿਹੜੀ ਆ ਉਹਨੂੰ ਗਰਮਾਹਟ ਚਾਹੀਦੀ ਹੈ। ਫਿਰ ਅਗਲੀ ਗੱਲ ਦੇਖ ਸਕਦੇ ਹਾਂ ਕਿ ਕੀ ਉਹਦੇ ਵਿੱਚ ਮਟੀਰੀਅਲ ਅੱਛਾ ਪਿਆ ਕਿ ਨਹੀਂ ਪਿਆ। ਜੇ ਕੋਈ ਬਹੁਤ ਪੜ੍ਹਿਆ ਲਿਖਿਆ ਬੰਦਾ ਵੀ ਨਹੀਂ ਆ, ਨੇਕਡ ਆਈ, ਸਧਾਰਨ ਆਈ ਦੇ ਨਾਲ ਦੇਖਣਾ ਹੋਵੇ, ਤਾਂ ਉਹ ਇਹ ਗੱਲਾਂ ਆਮ ਤੌਰ ਤੇ ਦੇਖ ਸਕਦਾ। ਜੇ ਉਹ ਸਾਇੰਟਿਫਿਕ ਟੈਂਪਰਾਮੈਂਟ ਰੱਖੂਗਾ, ਉਹਦੇ ਘਰ ਦੇ ਅੱਗੇ ਜਦੋਂ ਗਲੀ ਬਣ ਰਹੀ ਹੈ, ਸੜਕ ਬਣ ਰਹੀ ਹੈ, ਸਰਕਾਰੀ ਕੰਮ ਹੋ ਰਿਹਾ, ਚੈਂਬਰਸ ਪੈ ਰਿਹਾ, ਉਹ ਉੱਥੇ ਨਜ਼ਰ ਰੱਖ ਸਕਦਾ ਕਿ ਇਹ ਅੱਛਾ ਮਟੀਰੀਅਲ ਯੂਜ਼ ਹੋ ਰਿਹਾ ਕਿ ਨਹੀਂ ਹੋ ਰਿਹਾ। ਛੋਟੀ-ਛੋਟੀ ਗੱਲਾਂ ਜੇ ਨਹੀਂ ਹੋ ਰਿਹਾ, ਉਹਦੀ ਕੰਪਲੇਂਟ ਕਰ ਸਕਦਾ, ਆਪਣੀ ਆਵਾਜ਼ ਬੁਲੰਦ ਕਰ ਸਕਦਾ, ਹੋਰ ਲੋਕਾਂ ਨੂੰ ਜਾਗਰੂਕ ਕਰ ਸਕਦਾ। ਇਹ ਭਾਵ ਸਾਇੰਟਿਫਿਕ ਟੈਂਪਰਾਮੈਂਟ ਦਾ ਹੈਗਾ। ਇਹ ਨਹੀਂ ਕਿ ਅੰਧ ਭਗਤ ਬਣ ਕੇ, ਦੇਖੋ ਕਿਸੇ ਦੇ ਭਗਤ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਅੰਨੇ ਭਗਤ ਹੋਣਾ ਜਿਹੜੀ ਆ ਬਹੁਤ ਮਾੜੀ ਗੱਲ ਹੈਗੀ ਆ। ਫੇਥ ਹੋਣਾ ਅੱਛੀ ਗੱਲ ਹੁੰਦੀ ਹੈ, ਬਲਾਈਂਡ ਫੇਥ ਹੋਣਾ ਬਹੁਤ ਮਾੜੀ ਗੱਲ। ਸਮੇਂ-ਸਮੇਂ ਸਿਰ ਚਾਲਾਂ, ਤੁਹਾਨੂੰ ਪਤਾ ਹੈ ਕਿ ਤੁਸੀਂ ਗੱਲ ਕੀਤੀ ਕਿ ਇਲਿਟਰੇਟ ਰੱਖਣਾ ਕਿਸ ਤਰ੍ਹਾਂ ਲੋਕਾਂ ਨੂੰ। ਉਹ ਕਹਿੰਦੇ ਨਾ ਕਿ ਅ ਕਿੰਗ ਲਵਸ ਦੀ ਕੰਪਨੀ ਆਫ ਅ ਫੂਲ, ਕਿ ਜਿਹੜਾ ਨੇਤਾ ਹੁੰਦਾ ਜਾਂ ਰਾਜਾ ਹੁੰਦਾ, ਉਹਨੂੰ ਮੂਰਖਾਂ ਦੀ ਕੰਪਨੀ ਬੜੀ ਪਸੰਦ ਹੁੰਦੀ ਹੈ, ਕਿ ਜੋ ਕਵੇ ਲੋਕ ਹਾਂ, 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 ਹਾਂ ਕਰਦੇ ਹੀ ਜਾਣ। ਔਰ ਦੇਖੋ ਬਹੁਤ ਸਾਰੇ ਰਸਤੇ ਅੱਜ ਬਣ ਗਏ, ਮੀਡੀਆ ਸੋਰਸਿਸ ਬਹੁਤ ਜ਼ਿਆਦੇ ਨੇ, ਇਨਫੋਰਮੇਸ਼ਨ ਬਹੁਤ ਜ਼ਿਆਦੀ ਆ ਪਬਲਿਕ ਡੋਮੇਨ ਦੇ ਵਿੱਚ। ਛੋਟੀ ਤੋਂ ਛੋਟੀ ਜਾਣਕਾਰੀ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ। ਰਾਈਟ ਟੂ ਇਨਫੋਰਮੇਸ਼ਨ ਦਾ ਅਧਿਕਾਰ 2005 ਦੇ ਵਿੱਚ ਸਾਨੂੰ ਲੋਕਾਂ ਨੂੰ ਮਿਲ ਗਿਆ ਦੇਸ਼ ਦੇ ਵਿੱਚ। ਅਸੀਂ ਇੱਕ ਅਰਜ਼ੀ ਲਿਖ ਕੇ ਵੀ ਕਿਸੇ ਚੀਜ਼ ਦੀ ਜਾਣਕਾਰੀ ਮੰਗ ਸਕਦੇ ਹਾਂ। ਪਰ ਤੁਸੀਂ ਇਹ ਵੀ ਦੇਖਣਾ ਹੋਊਗਾ ਕਿ ਅਸੀਂ ਕਿਹੜੀ ਇਨਫੋਰਮੇਸ਼ਨ ਸਟੀਕ ਹੈ, ਕਿਹੜੀ ਸਹੀ ਹੈ, ਇਹਦੇ ਵਿੱਚੋਂ ਵੀ ਫਿਲਟਰ ਕਰਨਾ ਅੱਜ ਕੱਲ੍ਹ ਸਮਾਜ ਵਾਸਤੇ ਬਹੁਤ ਔਖਾ ਹੋ ਗਿਆ। ਬਹੁਤ ਸਾਰੀਆਂ ਏਦਾਂ ਦੇ ਪਲੇਟਫਾਰਮਸ, ਸੋਸ਼ਲ ਮੀਡੀਆ ਤੋਂ ਲੈ ਕੇ ਮੀਡੀਆ ਤੇ ਜਾਂ ਹੋਰ ਰਸਤੇ, ਜਿਵੇਂ ਸਰਕਾਰਾਂ ਜਿਹੜੀਆਂ ਪੈਸੇ ਦਿੰਦੀਆਂ, ਐਡਵਰਟਾਈਜ਼ਮੈਂਟ ਦਿੰਦੀਆਂ, ਵੱਡੇ ਚੈਨਲਸ ਨੂੰ ਬੈਕ ਕਰਦੀਆਂ, ਤੇ ਆਮ ਜਿਹੜਾ ਸਧਾਰਨ ਵਿਅਕਤੀ ਹੈ, ਲੇਮੈਨ, ਉਹਦੇ ਲਈ ਸਮਝਣਾ ਔਖਾ ਹੋ ਜਾਂਦਾ ਕਿ ਇਹ ਜਿਹੜੀ ਇਨਫੋਰਮੇਸ਼ਨ ਆ ਰਹੀ ਆ, ਇਹਦੇ ਪਿੱਛੇ ਪਲੱਗ ਕਿਹਦਾ, ਇਹਦੇ ਪਿੱਛੇ ਕਾਰਨ ਕੀ ਆ, ਇਹ ਸਹੀ ਜਾਣਕਾਰੀ ਦੇ ਰਿਹਾ ਜਾਂ ਗਲਤ ਜਾਣਕਾਰੀ ਦੇ ਰਿਹਾ, ਜਾਂ ਇੰਪੋਰਟੈਂਟ ਜਾਣਕਾਰੀ ਦੇ ਰਿਹਾ ਜਾਂ ਘੱਟ ਇੰਪੋਰਟੈਂਟ ਜਾਣਕਾਰੀ ਦੇ ਰਿਹਾ। ਇਹ ਵੀ ਗੱਲਾਂ ਜਿਹੜੀਆਂ ਆਵਾਮ ਨੂੰ, ਇਸ ਚੀਜ਼ ਨੂੰ ਫਿਲਟਰ ਕਰਨਾ ਸਾਨੂੰ ਹੁਣ ਸਿੱਖਣਾ ਪਊਗਾ। ਸਾਨੂੰ ਜਾਣਕਾਰੀ ਦੀ ਘਾਟ ਨਹੀਂ, ਸਾਨੂੰ ਇਸ ਚੀਜ਼ ਦੀ ਘਾਟ ਹੈ ਕਿ ਕਿਹੜੀ ਸਟੀਕ ਔਰ ਸਹੀ ਜਾਣਕਾਰੀ 10 ਜਾਣਕਾਰੀਆਂ ਦੇ ਵਿੱਚੋਂ ਅਸੀਂ ਕੱਢ ਕੇ ਆਪਣੇ ਸਾਹਮਣੇ ਰੱਖ ਸਕੀਏ, ਜਦੋਂ ਦੂਸਰੇ ਨੂੰ ਵੀ ਦੱਸੀਏ ਤੇ ਉਹ ਵੀ ਅਵੇਅਰ ਹੋਵੇ, ਐਨਲਾਈਟਨ ਹੋਵੇ, ਜਿਹਦੇ ਨਾਲ ਸਮਾਜ ਦਾ ਭਲਾ ਹੋ ਸਕੇ, ਲੋਕ ਸਹੀ ਰਸਤੇ ਤੇ ਚੱਲ ਸਕਣ। ਸੁਲਤਾਨ ਬਾਹੂ ਹੋਣਾ ਨੇ ਵੀ ਕਿਹਾ ਕਿ ਗਿਆਨ ਦਾ ਦੀਵਾ ਬਾਲ ਹਨੇਰੇ, ਤੇਰੀ ਲੱਭ ਵਸਤ ਗਵਾਚੀ ਹੋ। ਹਰ ਚੀਜ਼ ਦਾ ਰਸਤਾ ਜਿਹੜਾ ਗਿਆਨ ਦੇ ਰਾਹੀਂ ਹੋ ਕੇ ਜਾਂਦਾ। ਜੇ ਕਿਸੇ ਵੀ ਚੀਜ਼ ਲਈ ਅਸੀਂ ਸਾਇੰਟਿਫਿਕ ਟੈਂਪਰਾਮੈਂਟ ਰੱਖਾਂਗੇ, ਕਿਸੇ ਆਮ ਵਿਅਕਤੀ ਨੂੰ, ਗਰੀਬ, ਸ਼ਰੀਫ, ਮਜ਼ਲੂਮ ਨੂੰ ਇੰਨਾ ਕੀ ਸਰੋਕਾਰ ਹੁੰਦਾ ਲੀਡਰਾਂ ਦੇ ਨਾਲ ਕਿ ਉਹਨਾਂ ਦੇ ਇਲਾਕੇ 'ਚ ਡਿਵੈਲਪਮੈਂਟ ਹੋ ਰਹੀ ਹੈ ਤੇ ਚੰਗੀ ਹੋਵੇ, ਸਾਫ਼ ਸੁਥਰਾ ਪਾਣੀ ਉਹਨਾਂ ਨੂੰ ਮਿਲੇ, ਬੁਨਿਆਦੀ ਸਹੂਲਤਾਂ ਉਹਨਾਂ ਨੂੰ ਮਿਲਣ। ਉਹਨੇ ਨਾ ਤੇ ਕੋਈ ਨਸ਼ਾ ਵੇਚਣਾ ਹੁੰਦਾ ਤੇ ਨਾ ਹੀ ਕੋਈ ਇਲੀਗਲ ਕੰਮ ਕਰਨਾ ਹੁੰਦਾ, ਜਿਹੜੇ ਲੀਡਰਾਂ ਦੇ ਉਹਨੇ ਫੋਨ ਕਰਾਉਣੇ ਹੁੰਦੇ ਆ। ਸੋ ਇਸ ਕਰਕੇ ਇਹ ਬੁਨਿਆਦੀ ਗੱਲਾਂ ਉੱਤੇ ਲੋਕ ਡਟ ਕੇ ਖੜੇ ਹੋ ਜਾਣ, ਆਪਣੇ ਜਿਹੜੇ ਮੰਗਾਂ, ਆਪਣੇ ਜਿਹੜੇ ਰਾਈਟਸ ਆ, ਉਹਨਾਂ ਨੂੰ ਹਾਸਲ ਕਰਨ ਵਾਸਤੇ ਆਵਾਜ਼ ਬੁਲੰਦ ਕਰਨ, ਔਰ ਨਾਲ ਦੇ ਨਾਲ ਆਪਣੇ ਜਿਹੜੇ ਫੰਡਾਮੈਂਟਲ ਡਿਊਟੀਜ਼ ਵੀ ਸਾਨੂੰ ਸੰਵਿਧਾਨ ਨੇ ਦਿੱਤੀਆਂ, ਜੋ ਸਾਡੇ ਫਰਜ਼ ਵੀ ਹੈਗੇ ਆ, ਉਹ ਵੀ ਅਸੀਂ ਜੇ ਪੂਰੇ ਕਰਾਂਗੇ
ਤੇ ਪੱਕਾ ਲਾਜ਼ਮ ਗੱਲ ਹੈਗੀ ਹੈ ਕਿ ਅਸੀਂ ਰਾਜਨੀਤਿਕ ਜਿਹੜੇ ਮਾੜੇ ਲੀਡਰ ਲੋਕ ਆ ਉਹਨਾਂ ਦੀਆਂ ਸੌੜੀਆਂ ਚਾਲਾਂ ਤੋਂ ਆਪਣਾ ਬਚਾਅ ਵੀ ਕਰ ਸਕਦੇ ਹਾਂ, ਭਵਿੱਖ ਵੀ ਬਚਾ ਸਕਦੇ ਹਾਂ, ਦੇਸ਼ ਨੂੰ ਤਰੱਕੀ ਵੱਲ ਵੀ ਲਿਜਾ ਸਕਦੇ ਹਾਂ ਔਰ ਆਪਣੇ ਪਰਿਵਾਰ ਦਾ, ਸਮਾਜ ਦਾ ਪਾਲਣ ਪੋਸ਼ਣ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ। ਜੀ ਪਵਨ ਜੀ, ਇੱਕ ਗੱਲ ਮੈਂ ਐਡ ਅਪ ਕਰਨਾ ਚਾਹਾਂਗਾ। ਜਿਹੜਾ ਤੁਸੀਂ ਸ਼ਬਦ ਇਸਤੇਮਾਲ ਕੀਤਾ ਹੈ ਸਾਇੰਟੀਫਿਕ ਟੈਂਪਰ, ਇਹ ਸ਼ਬਦ ਸਭ ਤੋਂ ਪਹਿਲਾਂ ਜੋ ਭਾਰਤ ਦੇ ਪਹਿਲੇ ਪ੍ਰਾਈਮ ਮਿਨਿਸਟਰ ਸੀ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੇ ਆਪਣੀ ਪੁਸਤਕ ਡਿਸਕਵਰੀ ਆਫ ਇੰਡੀਆ ਦੇ ਵਿੱਚ ਇਸ ਸ਼ਬਦ ਦਾ ਇਸਤੇਮਾਲ ਕੀਤਾ ਸੀ ਔਰ ਇਸ ਤੋਂ ਬਾਅਦ ਇਹ ਜੋ ਸ਼ਬਦ ਹੈ ਇਹ ਸਾਰਿਆਂ ਦੇ ਘਰ ਘਰ ਪਹੁੰਚਿਆ ਔਰ ਅੱਜ ਹਰ ਡਿਸਕਸ਼ਨ ਦੇ ਵਿੱਚ ਸਾਇੰਟੀਫਿਕ ਟੈਂਪਰ ਦਾ ਹਵਾਲਾ ਦਿੱਤਾ ਜਾਂਦਾ ਹੈ। ਵਿਗਿਆਨਿਕ ਸੋਚ ਹਾਊਸ ਹੋਲਡ ਨੇਮ ਬਣ ਚੁੱਕਾ ਹੈ ਸਾਇੰਟੀਫਿਕ ਟੈਂਪਰ। ਸਭ ਤੋਂ ਪਹਿਲਾਂ ਡਿਸਕਵਰੀ ਆਫ ਇੰਡੀਆ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਦਰਸ਼ਕਾਂ ਨਾਲ ਇਸ ਸਬਜੈਕਟ ਦੇ ਉੱਤੇ ਗੱਲਬਾਤ ਕੀਤੀ। ਥੈਂਕ ਯੂ ਸੋ ਮਚ, ਆਲ ਦਾ ਬੈਸਟ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਇਸ ਸਬਜੈਕਟ ਦੇ ਉੱਤੇ ਆਪਣੇ ਬਣਦੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।